ਸਤਿ ਸ਼੍ਰੀ ਅਕਾਲ ਦੋਸਤੋ, ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਇੱਕ ਦਫਾ ਫਿਰ ਤੁਹਾਡਾ ਦੋਸਤ ਹਨੀ ਵਾਲੀਆ। ਦੋਸਤੋ, ਆਪਾਂ ਗੱਲਬਾਤ ਕਰਦੇ ਹਾਂ ਰੀਅਲ ਸਟੇਟ ਇੰਡਸਟਰੀ ਦੇ ਬਾਰੇ ਵਿੱਚ। ਆਪਾਂ ਪਿਛਲੇ ਹਫਤੇ ਗੱਲਬਾਤ ਕੀਤੀ ਸੀ। ਸਾਡੇ ਨਾਲ ਕੁਲਦੀਪ ਸ਼ਰਮਾ ਜੀ ਆਏ ਸੀਗੇ, ਜਿਹੜੇ ਕਿ ਮਾਡਰਨ ਜਨਰਲ ਕੰਟਰੈਕਟਰ ਤੋਂ ਸਾਡੇ ਨਾਲ ਜੁੜੇ ਸੀ। ਇਸ ਦੇ ਨਾਲ ਹੀ ਯੂਨੀਕ ਕੰਸਟਰਕਸ਼ਨ ਸੋਲਿਊਸ਼ਨ, ਉਸ ਤੋਂ ਇਲਾਵਾ ਕੈਨੇਡਾ ਸਟੀਲ ਵਰਕਸ ਦੇ ਉੱਤੇ ਗੱਲਬਾਤ ਕੀਤੀ ਸੀਗੀ। ਕਾਫੀ ਦਰਸ਼ਕਾਂ ਦੇ ਸਾਡੇ ਕੋਲੇ ਸਵਾਲ ਆਏ ਸੀ, ਕਿਉਂਕਿ ਉਹ ਇਹਨਾਂ ਦਾ ਪਹਿਲਾ ਸ਼ੋਅ ਸੀਗਾ। ਪਹਿਲੇ ਸ਼ੋਅ ਦੇ ਵਿੱਚ ਅਸੀਂ ਸਾਰੀ ਡਿਟੇਲ ਦੇ ਨਾਲ ਅਸੀਂ ਜਾਣਕਾਰੀ ਨਹੀਂ ਦੇ ਪਾਏ। ਗੱਲਬਾਤ ਕੀਤੀ ਕਿਸ ਢੰਗ ਦੇ ਨਾਲ ਕਮਰਸ਼ੀਅਲ ਪਲਾਜ਼ਾਸ ਦੀ ਗੱਲ ਹੁੰਦੀ ਹੈ, ਵੀ ਉਹਦੇ ਵਿੱਚ ਕਿੱਦਾਂ ਹੈਲਪ ਕਰਦੇ ਨੇ, ਕੀ ਜਿਹੜੀ ਹੈਗੀਆਂ ਸੇਵਾਵਾਂ ਇਹਨਾਂ ਦੀ ਕੰਪਨੀ ਵੱਲੋਂ ਦਿੱਤੀਆਂ ਜਾਂਦੀਆਂ ਨੇ। ਤਾਂ ਅੱਜ ਇੱਕ ਦਫਾ ਫਿਰ ਉਹਨਾਂ ਨੂੰ ਇਨਵਾਈਟ ਕੀਤਾ ਇਸ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਕੁਲਦੀਪ ਭਾਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਾਡੇ ਸ਼ੋਅ ਦੇ ਵਿੱਚ। ਹਨੀ ਵਾਲੀਆ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੁਲਦੀਪ ਭਾਜੀ, ਪਿਛਲੇ ਪ੍ਰੋਗਰਾਮ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਸੀਗੀਆਂ, ਕਾਫੀ ਦਰਸ਼ਕਾਂ ਦੇ ਸਾਡੇ ਕੋਲ ਸਵਾਲ ਆਏ ਨੇ, ਤੇ ਉਹਨਾਂ ਨੂੰ ਅੱਜ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਸਵਾਲ ਹੀ ਪੁੱਛਾਂਗਾ, ਕਿਉਂਕਿ ਆਪਣੀ ਗੱਲਬਾਤ ਜਿਹੜੀ ਚੱਲ ਰਹੀ ਸੀਗੀ, ਤੁਹਾਡੀ ਜਿਹੜੀ ਕੰਪਨੀਆਂ ਹੈਗੀਆਂ ਨੇ ਹਨਾ ਕੰਸਟਰਕਸ਼ਨ ਦੇ ਵਿੱਚ, ਤੁਹਾਡੀ ਜਿਹੜੀ ਖਾਸ ਕਰਕੇ ਕਮਰਸ਼ੀਅਲ ਪਲਾਜ਼ਾਸ ਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਟੀਮ ਦੀ ਜ਼ਰੂਰਤ ਹੁੰਦੀ ਹੈ। ਉਹਦੇ ਨਾਲ ਨਾਲ ਹੀ ਬਹੁਤ ਵੱਡੀ ਜਿਹੜੀ ਹੈਗੀ ਹੈ ਇੱਕ ਇਨਫਰਾਸਟ੍ਰਕਚਰ ਦੇ ਜ਼ਰੂਰਤ ਹੁੰਦੀ ਹੈ, ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਹੈ। ਤਾਂ ਸ਼ੁਰੂਆਤ ਮੈਂ ਤੁਹਾਡੀ ਜਿਹੜੀ ਹੈਗੀ ਹੈ ਕੈਨੇਡਾ ਸਟੀਲ ਵਰਕਸ ਦੀ ਕਰਨਾ ਚਾਹੁੰਦਾ। ਉਹਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ ਵੀ ਤੁਹਾਡੀ ਜਿਹੜੀ ਸਰਵਿਸਿਜ਼ ਨੇ ਬੜੀਆਂ ਯੂਨੀਕ ਨੇ ਤੇ ਬੜੀ ਜਲਦੀ ਤੇ ਬੜੇ ਢੰਗ ਦੇ ਨਾਲ ਤੁਸੀਂ ਕੰਮ ਕਰਦੇ ਹੋ। ਪਹਿਲਾਂ ਮੈਂ ਤੁਹਾਡੀ ਜਿਹੜੀ ਕੰਪਨੀ ਦੀ ਟੀਮ ਦੀ ਗੱਲ ਕਰਦਾ ਵੀ, ਕਿਉਂਕਿ ਜਦੋਂ ਐਡਾ ਵੱਡਾ ਤੁਸੀਂ ਕੰਮ ਕਰਨਾ ਹੈਗਾ, ਉਹਦੇ ਵਿੱਚ ਟੀਮ ਬਹੁਤ ਵੱਡੀ ਜ਼ਰੂਰੀ ਹੁੰਦੀ ਹੈ, ਉਹਦੇ ਐਕਸਪਰਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਆਪਣੀ ਥੋੜੀ ਜਿਹੀ ਟੀਮ ਬਾਰੇ ਜਾਣਕਾਰੀ ਦਿਓ ਵੀ ਸਰ, ਕਿੱਦਾਂ ਦੀ ਟੀਮ ਹੈਗੀ ਹੈ ਤੁਹਾਡੇ ਕੋਲ? ਹਾਂਜੀ, ਇਹਦੇ ਵਿੱਚ ਅਸੀਂ 3 ਪਾਰਟਨਰ ਆ ਜੀ। ਰਵਿੰਦਰ ਜੋਸ਼ੀ, ਨਿਤਿਸ਼ ਬਾਗਲਾ, ਉਹ ਸਾਰੇ ਹੀ ਇੰਜੀਨੀਅਰਿੰਗ ਬੈਕਗ੍ਰਾਉਂਡ ਤੋਂ, ਮਕੈਨੀਕਲ ਇੰਜੀਨੀਅਰ ਆ। ਤੇ ਬਾਕੀ ਜੇ EMPLOYE ਦੀ ਗੱਲ ਕਰੀਏ ਤਾਂ ਇਸ ਟਾਈਮ ਮੇਰੇ ਕੋਲੇ 54 EMPLOYE ਹੈਗੇ ਆ ਕੈਨੇਡਾ ਸਟੀਲ ਦੇ ਵਿੱਚ। ਓਕੇ, ਹਾਂਜੀ। ਉਹਦੇ ਵਿੱਚ ਕੀ ਹੈ ਕਿ ਜਿਹੜੀ ਸ਼ਾਪ ਹੈਗੀ ਆ ਉਹ CWB ਕੈਨੇਡਾ ਵੈਲਡਿੰਗ ਬਿਊਰੋ ਲੈਵਲ 2 ਸਰਟੀਫਾਈਡ ਸ਼ਾਪ ਆ ਜੀ। ਤੇ ਉਹਦੇ ਵਿੱਚ ਵੈਲਡਰ, ਫਿਟਰ ਜਿਹੜੇ ਸ਼ਾਪ ਦੇ ਵਿੱਚ ਮੁੰਡੇ ਕੰਮ ਕਰਦੇ ਆ, ਉਹ CWB ਲੈਵਲ 2 ਜਾਂ ਲੈਵਲ 1 ਇੰਸਪੈਕਟਰ ਹੈਗੇ ਆ, ਜਾਂ ਵੈਲਡਰ ਹੈਗੇ, ਜਾਂ ਫਿਟਰ ਹੈਗੇ ਆ। ਕੁਝ ਜਰਨੀਮੈਨ ਵੈਲਡਰ ਹੈਗੇ ਆ ਜੀ। ਤੇ ਸ਼ਾਪ ਨੂੰ ਮੈਨੇਜ ਕਰਨ ਵਾਲਾ ਸਾਡੇ ਜਿਹੜੇ ਮੈਨੇਜਰ ਹੈਗੇ ਉਹ ਵੀ ਮਕੈਨੀਕਲ ਇੰਜੀਨੀਅਰ ਹੈਗੇ ਆ ਜੀ। ਆਲ ਟੂਗੇਦਰ ਜਿਹੜਾ ਹੈਗਾ ਇਹ 54 EMPLOYEES ਹੈਗੇ ਆ ਜੀ। ਤੇ ਸਮਰ ਦੇ ਵਿੱਚ ਕਈ ਵਾਰੀ ਸਾਨੂੰ ਜ਼ਿਆਦਾ ਸਾਈਟ ਤੇ ਲੋਡ ਪੈਂਦੀ ਹੈ, ਤਾਂ ਅਸੀਂ ਕੁਝ ਵੈਲਡਰ ਜਿਹੜੇ ਰਿਗ ਵੈਲਡਰ ਹੈਗੇ ਆ ਉਹ ਵੀ ਅਸੀਂ ਹਾਇਰ ਕਰਦੇ ਆ। ਉਹਦੇ ਨਾਲ ਮਿਲਾ ਕੇ ਗਰਮੀਆਂ ਦੇ ਵਿੱਚ ਅਸੀਂ ਅਪ ਟੂ 70 ਬੰਦਿਆਂ ਦੀ ਟੀਮ ਬਣ ਜਾਂਦੀ ਹੈ। ਓਕੇ, 70 ਬੰਦੇ ਦੀ ਟੀਮ ਬਣ ਜਾਂਦੀ, ਮਤਲਬ ਕਿ ਇੰਨੀ ਜ਼ਿਆਦਾ ਤੁਹਾਨੂੰ ਮੈਨ ਪਾਵਰ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ। ਜਦੋਂ ਕੰਮ ਦੀ ਗੱਲ ਹੁੰਦੀ ਹੈ, ਇਹ ਤੁਹਾਡੇ ਰੈਗੂਲਰ EMPLOYEES ਨੇ, ਤੁਸੀਂ ਕਿ ਕੰਟਰੈਕਟ ਤੇ ਲੈਂਦੇ ਹੋ, ਤੁਸੀਂ ਕਿੱਦਾਂ ਕੰਮ ਕਰਦੇ ਨੇ? ਨਹੀਂ, ਜਿਹੜੇ ਆਪਾਂ ਗੱਲ ਕਰੀਏ ਕਿ 30 ਤੋਂ ਲੈ ਕੇ 50 EMPLOYE ਜਿਹੜੇ ਹੈਗੇ ਉਹ ਸਾਡੇ ਰੈਗੂਲਰ EMPLOYE ਆ। ਔਨ ਸਾਈਟ ਜਿਹੜਾ ਹੈਗਾ, ਸਾਈਟ ਦੇ ਵਿੱਚ ਕੀ ਹੁੰਦਾ ਕਿ ਆਪਾਂ ਹੈ ਉਹ ਰੈਗੂਲਰ ਹੀ, ਪਰ ਜਦੋਂ ਹੁਣ ਬਾਰਿਸ਼ ਆ ਗਈ ਆ, ਜਦੋਂ ਕੋਈ ਹੈਵੀ ਸਨੋ ਹੋ ਰਹੀ ਆ, ਤਾਂ ਉਹਨਾਂ ਦੇ ਜਿਹੜੇ ਆਵਰਸ ਹੈਗੇ ਆ, ਮੈਨੂੰ ਕਈ ਵਾਰੀ ਵੀ ਲੱਗਦਾ ਹੁੰਦਾ ਵੀ ਉਹ ਰੈਗੂਲਰ ਤੋਂ ਘੱਟ ਰਹਿ ਜਾਂਦੇ ਆ। ਡਿਮਾਂਡ ਦੇ ਉੱਤੇ ਡਿਪੈਂਡ ਕਰਦਾ ਵੀ ਜਿੰਨਾ ਤੁਸੀਂ ਕੰਮ ਹੈ, ਲੇਕਿਨ ਕੰਮ ਤੁਸੀਂ ਕਵਰ ਟਾਈਮ ਦੇ ਉੱਤੇ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਦਰਵਾਈਜ਼ ਜਿਹੜਾ ਹੈਗਾ ਮੈਨੂੰ ਲੱਗਦਾ ਵੀ 35 ਤੋਂ 40 ਬੰਦੇ ਜਿਹੜੇ ਹੈਗੇ ਆ ਉਹ ਹਮੇਸ਼ਾ ਤੋਂ ਹੀ ਕੰਮ ਕਰਦੇ ਰਹਿੰਦੇ ਆ। ਬਿਲਕੁਲ। ਤਾਂ ਦੋਸਤੋ, ਕੰਸਟਰਕਸ਼ਨ ਵਰਕ ਦੀ ਗੱਲ ਕਰਦੇ ਹਾਂ ਆਪਾਂ, ਕਮਰਸ਼ੀਅਲ ਪਲਾਜ਼ਾਸ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦੇ ਮਨ ਦੇ ਵਿੱਚ ਤੁਹਾਡੇ ਸਵਾਲ ਹੈਗੇ ਨੇ, ਸਾਡੇ ਕੋਈ ਵੀ ਜਿਹੜੇ ਵਿਊਅਰਸ ਹੈਗੇ ਨੇ, ਸਾਡੇ ਬਿਲਡਰ ਭਰਾ ਨੇ ਸਾਡੇ, ਜੇ ਕਿਸੇ ਵੀ ਤਰ੍ਹਾਂ ਦੇ ਕਿਸੇ ਆਪਣੇ ਤੁਸੀਂ ਵੱਡੇ ਵੇਅਰ ਹਾਊਸ ਨੂੰ ਜਾਂ ਆਪਣੀ ਜਿਹੜੀ ਕਮਰਸ਼ੀਅਲ ਬਿਲਡਿੰਗ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ, ਐਕਸਟੈਂਡ ਕਰਨਾ ਚਾਹੁੰਦੇ ਹੋ, ਉਹਦੇ ਲਈ ਤੁਸੀਂ ਇਹਨਾਂ ਦੀ ਜਿਹੜੀਆਂ ਸੇਵਾਵਾਂ ਲੈ ਸਕਦੇ ਹੋ। ਬਹੁਤ ਵੱਡਾ ਜਿਹੜਾ ਇੱਕ ਤੁਸੀਂ ਸਰ ਲਾਸਟ ਸਾਡੇ ਕੋਲ ਕਾਫੀ 3-4 ਸਵਾਲ ਆਏ ਸੀਗੇ, ਜਿਹੜੇ ਰੂਫ ਜੋਇਸਟ ਦਾ ਜਿਹੜੀ ਗੱਲ ਕੀਤੀ ਸੀਗੀ, ਤੁਸੀਂ ਕਿਹਾ ਸੀਗਾ ਵੀ ਤੁਹਾਡੀ ਆਪ ਦੀ ਤੁਸੀਂ ਜਿਹੜੀ ਹੈਗੀ ਹੈ ਮੈਨੂਫੈਕਚਰਿੰਗ ਉਹਦੇ ਤੇ ਰੱਖਦੇ ਹੋ, ਕਿਉਂਕਿ ਉਹ ਬਹੁਤ ਵੱਡਾ ਇੱਕ ਰੋਲ ਅਦਾ ਕਰਦੀ ਹੈ ਉਹਦੇ ਵਿੱਚ। ਉਹਦੇ ਬਾਰੇ ਥੋੜੀ ਜਿਹੀ ਦੱਸੋ ਵੀ ਉੱਥੇ ਤੁਹਾਡੀ ਸਪੈਸ਼ਲਿਟੀ ਕਿੱਦਾਂ ਬਣੀ ਤੇ ਉਹ ਤੁਸੀਂ ਕਿੱਦਾਂ ਜਿਹੜੀ ਹੈਗੀ ਹੈ ਇੱਕ ਤਿਆਰ ਕਰਦੇ ਹੋ? ਉਹਦੇ ਵਿੱਚ ਇਦਾਂ ਹੈਗਾ ਜੀ, ਜਿਹੜੀ ਰੂਫ ਚੋਇਸ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ, ਉਹਦੇ ਵਿੱਚ 2 ਹੀ ਕੰਪਨੀਆਂ ਹੈਗੀਆਂ ਕੈਨੇਡਾ ਦੇ ਵਿੱਚ, ਤੇ ਉਹਨਾਂ ਤੇ ਹੀ ਜਿੰਨੇ ਵੀ ਸਟੀਲ ਫੈਬਰੀਕੇਟਰ ਹੈਗੇ ਜਾਂ ਜਿਹੜੇ ਸਟਰਕਚਰ ਸਟੀਲ ਬਣਾਉਂਦੇ ਆ, ਜਿੰਨੇ ਵੀ ਮੇਰੇ ਤੁਸੀਂ ਕੰਪੀਟੀਟਰ ਕਹਿ ਸਕਦੇ ਹੋ, ਉਹ ਜਿਹੜੇ ਹੈਗੇ ਆ ਉਹਨਾਂ ਤੇ ਹੀ ਉਹਨਾਂ ਦੀ ਲੀਡ ਟਾਈਮ ਤੇ ਪ੍ਰੋਡਕਸ਼ਨ ਕੈਪੈਸਿਟੀ ਤੇ ਡਿਪੈਂਡੈਂਟ ਹੈਗੇ ਆ। ਉਹ ਉਸ ਤੋਂ ਬਾਹਰ ਆਉਣ ਲਈ ਉਸ ਕੰਫਰਟ, ਕਿਉਂਕਿ ਉਹ ਕੰਫਰਟ ਜ਼ੋਨ ਦੇ ਵਿੱਚ ਚਲੇ ਗਏ, ਉਹਨਾਂ ਤੇ ਡਿਪੈਂਡੈਂਟ, ਉਹਨਾਂ ਤੋਂ ਬਾਏ ਕੀਤੀਆਂ, ਇੰਸਟਾਲ ਕਰਤੀਆਂ। ਫਿਰ ਉਸ ਨੂੰ ਜੇ ਆਪਾਂ ਲੀਡ ਟਾਈਮ ਦੀ ਗੱਲ ਕਰੀਏ ਤੇ ਲੀਡ ਟਾਈਮ ਘਟਾਉਣ ਲਈ ਫਿਰ ਉਹ ਜੋਇਸਟਾਂ ਜਿਹੜੀਆਂ ਸੀਗੀਆਂ ਆਪਾਂ ਸਿੰਸ 2016 ਆਪਾਂ ਆਪ ਡਿਜ਼ਾਈਨ ਕਰਦੇ ਹਾਂ, ਸ਼ਾਪ ਦੇ ਵਿੱਚ ਫੈਬਰੀਕੇਟ ਹੁੰਦੀਆਂ। ਤੇ ਉਹ ਜਿਹੜਾ ਹੈਗਾ ਕਿ ਮੈਨੂੰ ਲੱਗਦਾ ਕਿ ਐਜ਼ ਪਰ ਮਾਈ ਨੌਲੇਜ ਆਪਾਂ ਇਹ 3rd ਕੰਪਨੀ ਹੈਗੀ ਹੈ ਕੈਨੇਡਾ ਦੀ ਜਿਹੜੀ ਇਨ ਹਾਊਸ ਇਹ ਜੋਇਸਟ ਬਣਾ ਕੇ ਸਟਰਕਚਰ ਸਟੀਲ ਦੇ ਲਈ, ਕਿਉਂਕਿ ਸਟਰਕਚਰ ਬਾਕੀ ਕਾਲਮ ਬੀਮ ਜਿਹੜੇ ਹੈਗੇ ਆ ਉਹ ਸਾਰੀਆਂ ਕੰਪਨੀਆਂ ਹੀ ਬਣਾ ਰਹੀਆਂ, ਪਰ ਜੋਇਸਟ ਜਿਹੜੀਆਂ ਸੀਗੀਆਂ ਉਹ 2 ਕੰਪਨੀਆਂ ਤੇ ਹੀ ਡਿਪੈਂਡੈਂਟ ਸੀ। ਤਾਂ ਮੈਨੂੰ ਇਹ ਲੱਗਦਾ ਕਿ ਉਹ ਜਦੋਂ ਆਪਾਂ ਜੇ ਗੱਲ ਕਰੀਏ ਕਿ ਆਪਾਂ ਹੁਣ ਲੀਡ ਟਾਈਮ ਦੀ, ਜਦੋਂ ਹੁਣ ਬਿਜ਼ੀ ਟਾਈਮ ਦੇ ਵਿੱਚ
ਇੱਕ ਜਦੋਂ ਜੋਇਸ ਦੀ ਗੱਲ ਕਰੀਏ, ਜਦੋਂ ਉਹਨਾਂ ਦਾ ਲੀਡ ਟਾਈਮ 16-18 ਵੀਕ ਚ ਲੈ ਜਾਂਦਾ, ਉਹਨਾਂ ਦੇ ਕੰਪੈਰੀਟਿਵਲੀ ਸਾਡਾ ਉਹ 4 ਤੋਂ 6 ਵੀਕ ਦੇ ਵਿੱਚ ਅਸੀਂ ਕੰਪਲੀਟ ਕਰ ਸਕਦੇ ਹਾਂ। ਓਕੇ, ਉਹ ਮਤਲਬ ਕਿ ਤੁਹਾਡੇ ਕੋਲੇ ਬੈਕਅਪ ਦੇ ਵਿੱਚ ਤੁਸੀਂ ਜਦੋਂ ਕੋਈ ਕੰਮ ਸ਼ੁਰੂ ਕਰਦੇ ਤਾਂ ਉਹ ਤੁਹਾਡੇ ਕੋਲੇ ਵੀ ਕਿਤੇ ਜ਼ਿਆਦਾ ਟਾਈਮ ਖਰਾਬ ਕਰਨ ਤੋਂ ਬੈਟਰ ਹੁੰਦਾ ਵੀ ਤੁਸੀਂ ਆਪਣੇ ਕੋਲੇ ਉਹ ਚੀਜ਼ਾਂ ਪਹਿਲਾਂ ਹੀ ਤਿਆਰ ਕਰ ਸਕਦੇ ਹੋ ਜਲਦੀ ਟਾਈਮ ਦੇ ਵਿੱਚ। ਨਹੀਂ, ਉਹਨੂੰ ਆਪਾਂ ਪਹਿਲਾਂ ਤਿਆਰ ਨਹੀਂ ਕਰ ਸਕਦੇ ਕਿਉਂਕਿ ਉਹ ਹਰੇਕ ਬਿਲਡਿੰਗ ਦਾ ਸੈਪਰੇਟ ਡਿਜ਼ਾਈਨ ਹੁੰਦਾ ਐਜ਼ ਪਰ ਲੋਡ ਕੈਲਕੂਲੇਸ਼ਨਸ। ਬਟ ਇਹ ਹੈਗਾ ਕਿ ਇਨ ਹਾਊਸ ਹੋਣ ਕਰਕੇ, ਵੱਡੀ ਟੀਮ ਹੋਣ ਕਰਕੇ ਅਸੀਂ ਉਹਨੂੰ ਜਦੋਂ ਅਸੀਂ ਟਾਈਮ ਸਿਰ ਤਿਆਰ ਕਰ ਸਕਦੇ। ਹਾਂਜੀ, ਪਲੱਸ ਉਹਨੂੰ ਆਪਾਂ ਕਾਸਟ ਇਫੈਕਟਿਵ ਹੀ ਕਰ ਸਕਦੇ ਹਾਂ ਕਿਉਂਕਿ ਉਹ ਅਸੀਂ ਡਿਜ਼ਾਈਨ ਅਸੀਂ ਆਪ ਕਰਨੀਆਂ ਹੁੰਦੀਆਂ। ਓਕੇ, ਹਾਂਜੀ, ਉਹ ਇਨ ਹਾਊਸ ਡਿਜ਼ਾਈਨ ਕਰਕੇ, ਕਿਉਂਕਿ ਉਹ ਇੰਜੀਨੀਅਰ ਸਾਡਾ ਇਨ ਹਾਊਸ ਆ, ਅਸੀਂ ਇਨ ਹਾਊਸ ਸਾਡੀ ਲੇਬਰ ਆ। ਉਹਦੇ ਨਾਲ ਕੀ ਹੈਗਾ ਕਿ ਜਦੋਂ ਤੁਸੀਂ ਲੀਨ ਮੈਨੂਫੈਕਚਰਿੰਗ ਰਹੀ ਉਹ ਤਿਆਰ ਕੀਤੀਆਂ ਨੇ, ਸੈਟਅਪ ਬਣੇ ਹੋਏ ਆ ਸ਼ਾਪ ਦੇ ਵਿੱਚ, 12,000 ਸਕੁਅਰ ਫੁੱਟ ਦੇ ਕਰੀਬ ਆਪਣੀ ਕੋਲ ਫੈਬਰੀਕੇਸ਼ਨ ਫੈਸਿਲਿਟੀ ਆ। ਤੇ ਉਹਦੇ ਨਾਲ ਕੀ ਹੈ ਕਿ ਉਹ ਫਲੋ ਜਦੋਂ ਬਣਿਆ ਹੁੰਦਾ ਤੇ ਉਹ ਪ੍ਰੋਡਕਸ਼ਨ ਦਾ ਜਿਹੜਾ ਹੈਗਾ ਲੀਡ ਟਾਈਮ ਜਿਹੜਾ ਹੈਗਾ ਉਹ ਘਟ ਜਾਂਦਾ। ਇਹ ਪ੍ਰੋਡਕਸ਼ਨ ਸਰ ਕਿੱਥੇ ਅਲਬਰਟਾ 'ਚ ਹੀ ਹੁੰਦੀ ਹੈ? ਹਾਂਜੀ, ਆਪਣੇ ਕੋਲ ਐਡਮਿੰਟਨ ਦੇ ਵਿੱਚ ਇਸ ਟਾਈਮ 12,000 ਸਕੁਅਰ ਫੁੱਟ ਫੈਸਿਲਿਟੀ ਆ। ਆਪਾਂ ਇਸ ਸਾਲ ਦੇ ਬਿਗਨਿੰਗ ਦੇ ਵਿੱਚ ਕੈਲਗਰੀ ਦੇ ਵਿੱਚ ਵੀ ਪਲਾਂਟ ਖੋਲਿਆ ਸੀ, ਪਰ ਉਹ ਹਜੇ ਕਿਉਂਕਿ ਉਸ ਤੋਂ ਬਾਅਦ ਕੋਵਿਡ ਦਾ ਹੋ ਗਿਆ ਤੇ ਹੁਣ ਅਰਲੀ ਨੈਕਸਟ ਈਅਰ ਸਾਡਾ ਪਲਾਨ ਹੈਗਾ ਕਿ ਉਹ ਕੈਲਗਰੀ ਦੇ ਵਿੱਚ ਜਿਹੜਾ ਪਲਾਂਟ ਹੈਗਾ ਉਹ ਵੀ ਆਪਰੇਸ਼ਨਲ ਹੋਊਗਾ। ਰਾਈਟ, ਉਹਦੇ ਵਿੱਚ ਇੱਕ ਸਰ ਸਾਡੇ ਦਰਸ਼ਕ ਦੇ 2-3 ਸਵਾਲ ਆਏ ਸੀਗੇ ਇਹਦੇ ਵਿੱਚ। ਇੱਕ ਤਾਂ ਤੁਹਾਡੇ ਜੋਇਸਟ ਬਾਰੇ ਆਇਆ ਸੀਗਾ, ਦੂਸਰਾ ਸਾਡੇ ਕੋਲ ਸਕਰੂ ਪਾਇਲਸ ਦੀ ਗੱਲ ਹੁੰਦੀ ਹੈ। ਜਦੋਂ ਇੱਕ ਤੁਹਾਡੀ ਸਟੀਲ ਫੈਬਰੀਕੇਸ਼ਨ ਦੀ ਕੰਪਨੀ ਦੇ ਬਾਰੇ ਗੱਲ ਹੋਈ ਤਾਂ ਉਹਨਾਂ ਨੇ ਸਕਰੂ ਪਾਇਲਸ ਦੀ ਗੱਲ ਕੀਤੀ ਜਾਂਦੀ, ਉਹਦੇ ਵਿੱਚ ਤੁਹਾਡੀ ਕੀ ਸਪੈਸ਼ਲਿਟੀਜ਼ ਨੇ, ਉਹਦਾ ਕੀ ਵੈਲਿਊ ਹੁੰਦੀ ਹੈ ਉਹਦੇ ਵਿੱਚ? ਦੇਖੋ, ਸਕਰੂ ਪਾਇਲ ਜਿਹੜਾ ਹੈਗਾ ਇੱਕ ਯੂਨੀਕ ਰਿਪਲੇਸਮੈਂਟ ਹੈਗੀ ਆ ਕੰਕਰੀਟ ਪਾਇਲਾਂ ਦੀ। ਓਕੇ, ਕੰਕਰੀਟ ਪਾਇਲਾਂ ਦੇ ਵਿੱਚ ਕੀ ਹੁੰਦਾ ਕਿ ਰੀਬਾਰ ਲਾਇਆ ਜਾਂਦਾ, ਉਹਦੀ ਫਿਰ ਇਨਸਪੈਕਸ਼ਨ ਹੁੰਦੀ ਆ, ਫਿਰ ਆਪਾਂ ਨੂੰ ਕੰਕਰੀਟ ਕਾਲ ਕਰਨੀ ਪੈਂਦੀ ਆ। ਸਕਰੂ ਪਾਇਲ ਦਾ ਕੀ ਹੈਗਾ ਕਿ ਅਸੀਂ ਆਪ ਹੀ ਡਿਜ਼ਾਈਨ ਕਰਨੀ ਆ, ਸ਼ਾਪ ਦੇ ਵਿੱਚ ਫੈਬਰੀਕੇਟ ਹੁੰਦੀਆਂ। ਇੱਕ ਦਿਨ ਦੇ ਵਿੱਚ ਅਸੀਂ 40 ਦੇ ਕਰੀਬ ਜਿਹੜੀਆਂ ਹੈਗੀਆਂ ਪਾਇਲਾਂ ਇੰਸਟਾਲ ਕਰ ਦਿੰਨੇ ਆ। ਇੰਸਟਾਲ ਕਰਕੇ ਉਹਦੇ ਜਿਹੜਾ ਨੈਕਸਟ ਸਟੇਜ ਹੈਗਾ ਉਹਦੇ ਉੱਪਰ ਜਿਹੜੀ ਫਾਊਂਡੇਸ਼ਨ ਬਣਨੀ ਹੈ ਗ੍ਰੇਡ ਬੀਮ, ਕਿਉਂਕਿ ਸਕਰੂ ਪਾਇਲ ਬੇਸਿਕਲੀ ਫਾਊਂਡੇਸ਼ਨ ਸਪੋਰਟ ਲਈ ਹੈਗੀਆਂ। ਉਹ ਆਪਾਂ ਜਿਹੜੀ ਸਕਰੂ ਪਾਇਲ ਹੈਗੀ ਆ ਉਹ ਹਰੇਕ ਬਿਲਡਿੰਗ ਦੇ ਹਿਸਾਬ ਨਾਲ ਆਪਾਂ ਡਿਜ਼ਾਈਨ ਕਰਦੇ ਹਾਂ ਕਿ ਉਹਦਾ ਲੋਡ ਕਿੰਨਾ ਹੈਗਾ ਬਿਲਡਿੰਗ ਦਾ। ਬਾਕੀ ਉਹ ਦੂਜਾ ਫੈਕਟਰ ਹੁੰਦਾ ਕਿ ਸੋਇਲ ਕਿੱਦਾਂ ਦੀ ਹੈਗੀ ਹੈ। ਜੇ ਸੋਇਲ ਜ਼ਿਆਦਾ ਸੌਫਟ ਆ ਤਾਂ ਉਹਦਾ ਜਿਹੜਾ ਡਿਜ਼ਾਈਨ ਥੋੜਾ ਹੈਵੀ ਕਰਨਾ ਪੈਂਦਾ। ਜੇ ਸੋਇਲ ਮੀਡੀਅਮ ਜ਼ੋਨ ਦੀ ਤਾਂ ਮੀਡੀਅਮ ਡਿਜ਼ਾਈਨ ਹੈ। ਜੇ ਬੈਟਰ ਹਾਰਡ ਸਰਫੇਸਿਸ ਹੈਗੀ ਆਲਰੇਡੀ ਤਾਂ ਉਹ ਲਾਈਟ ਡਿਜ਼ਾਈਨ ਦੇ ਵਿੱਚ ਵੀ ਸਕਰੂ ਪਾਇਲ ਜਿਹੜੇ ਹੈਗੇ ਆ ਉਹ ਆਪਾਂ ਡਿਜ਼ਾਈਨ ਕਰਦੇ ਹਾਂ ਫੈਬਰੀਕੇਟ ਤੇ ਸਾਈਟ ਤੇ ਆਪਾਂ ਇੰਸਟਾਲ ਕਰਦੇ ਹਾਂ। ਓਕੇ, ਇਹ ਚੀਜ਼ ਦੇ ਸਕਰੂ ਪਾਇਲ ਦੇ ਵਿੱਚ ਇਹਦੇ ਵਿੱਚ ਫਿਰ ਕਾਸਟਿੰਗ ਦਾ ਵੀ ਕੁਝ ਫਰਕ ਰਹਿੰਦਾ ਸਰ? ਇਹਦੇ ਵਿੱਚ ਕਾਸਟ ਜਿਹੜੀ ਇਹਦੇ ਵਿੱਚ ਇਹ ਹੈਗੀ ਆ ਕਿ ਕੰਕਰੀਟ ਪਾਇਲ ਦੇ ਨਾਲੋਂ ਹਮੇਸ਼ਾ ਸਕਰੂ ਪਾਇਲ ਜਿਹੜੇ ਹੈਗੇ ਆ ਦੇ ਕਾਸਟ ਇਫੈਕਟਿਵ। ਸੈਕੰਡ ਜਿਹੜਾ ਹੈਗਾ ਐਜ਼ ਆਈ ਮੈਂਸ਼ਨ ਅਰਲੀਅਰ ਕਿ ਇਹ ਟਾਈਮ ਫਰੇਮ ਦੇ ਲਈ ਬੜਾ ਇਹ ਹੈਲਪਫੁਲ ਫੈਕਟਰ ਹੈ। ਟਾਈਮ ਬਚਾਉਂਦਾ ਕਿਉਂਕਿ ਕੰਕਰੀਟ ਦੇ ਵਿੱਚ ਕੀ ਹੈ, ਤੁਹਾਨੂੰ ਡਰਿਲ ਕਰਨਾ ਤੁਸੀਂ ਪਹਿਲਾਂ, ਫਿਰ ਤੁਸੀਂ ਰੀਬਾਰ ਇੰਸਟਾਲ ਕਰਨੇ, ਉਹਦੀ ਇਨਸਪੈਕਸ਼ਨ, ਫਿਰ ਕੰਕਰੀਟ। ਬਟ ਜਿੱਦਾਂ ਤੁਹਾਡਾ ਲੋਡ ਜਿਸ ਦੇ ਬਹੁਤ ਜ਼ਿਆਦਾ ਹੈਵੀ ਲੋਡ ਆ ਉੱਥੇ ਕਈ ਵਾਰੀ ਆਪਾਂ ਸਕਰੂ ਪਾਇਲਾਂ ਨੂੰ ਕੰਕਰੀਟ ਨਾਲ ਰਿਪਲੇਸ ਨਹੀਂ ਕਰ ਪਾਉਂਦੇ। ਪਰ ਮੈਨੂੰ ਲੱਗਦਾ ਕਿ 70-80% ਕੇਸਿਸ ਦੇ ਵਿੱਚ ਸਕਰੂ ਪਾਇਲ ਨੂੰ ਆਪਾਂ ਕੰਕਰੀਟ ਪਾਇਲ ਨੂੰ ਆਪਾਂ ਸਕਰੂ ਪਾਇਲ ਨਾਲ ਰਿਪਲੇਸ ਕਰ ਸਕਦੇ ਹਾਂ। ਓਕੇ, ਬਿਲਕੁਲ। ਇਹਦੇ ਵਿੱਚ ਇੱਕ ਹੋਰ ਸਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਹਰ ਇੱਕ ਤਰ੍ਹਾਂ ਦੇ ਸਵਾਲ ਜਿਹੜੇ ਹੈਗੇ ਨੇ ਸਾਡੇ ਐਕਸਪਰਟਸ ਤੋਂ ਪੁੱਛੇ ਜਾਣ। ਉਮੀਦ ਕਰਦੇ ਹਾਂ ਵੀ ਤੁਸੀਂ ਵੀ ਜਿਹੜੇ ਸਾਡੇ ਕੋਲੇ ਸਵਾਲ ਭੇਜਦੇ ਹੋ ਉਹਨਾਂ ਦੇ ਸਾਰੇ ਜਵਾਬ ਦਿੱਤੇ ਜਾਣ। ਤਾਂ ਸਾਨੂੰ ਇਹੀ ਇੱਕ ਤਾਂਘ ਹੁੰਦੀ ਹੈ, ਸਾਨੂੰ ਉਡੀਕ ਹੁੰਦੀ ਹੈ ਕਿ ਤੁਸੀਂ ਸਾਨੂੰ ਵੱਧ ਤੋਂ ਵੱਧ ਸਵਾਲ ਭੇਜਿਆ ਕਰੋ। ਮਨ ਦੇ ਵਿੱਚ ਕੋਈ ਸਵਾਲ ਹੈਗਾ, ਛੋਟਾ ਸਵਾਲ ਹੈ ਚਾਹੇ ਵੱਡਾ ਸਵਾਲ ਹੈ, ਅਸੀਂ ਹਰ ਇੱਕ ਕੁਐਸਚਨ ਦਾ ਜਿਹੜਾ ਹੈਗਾ, ਹਰ ਇੱਕ ਸਵਾਲ ਦਾ ਜਿਹੜਾ ਆਨਸਰ ਦੇਣ ਦੇ ਲਈ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੇ ਸਾਡੇ ਐਕਸਪਰਟ ਆਉਂਦੇ ਨੇ ਉਹਦੇ ਰਿਲੇਟਡ ਕੋਈ ਸਵਾਲ ਆਉਂਦਾ ਤਾਂ ਅਸੀਂ ਜ਼ਰੂਰ ਉਹਨੂੰ ਅਸੀਂ ਜਵਾਬ ਦਿੰਦੇ ਹਾਂ। ਬਾਕੀ ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਸ਼ੋਜ਼ ਨੇ, ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਹਨੀ ਵਾਲੀਆ ਸ਼ੋਜ਼ ਨੂੰ ਖਾਸ ਕਰਕੇ ਅਸੀਂ ਐਲਬਰਟਾ ਦੇ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਨੇ ਉਹਨਾਂ ਦੇ ਲਈ ਅਸੀਂ ਪੇਸ਼ ਕਰਦੇ ਹਾਂ। ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਸਕੀਏ, ਅਸੀਂ ਆਪਣਾ ਪੱਖ ਰੱਖ ਸਕੀਏ, ਅਸੀਂ ਆਪਣੇ ਵਿਊਜ਼ ਤੁਹਾਡੇ ਤੱਕ ਦੇ ਸਕੀਏ, ਅਸੀਂ ਆਪ ਦਾ ਐਕਸਪੀਰੀਅੰਸ ਤੁਹਾਡੇ ਤੱਕ ਪਹੁੰਚਾ ਸਕੀਏ। ਸਾਡੇ ਨਾਲ ਕੁਲਦੀਪ ਸ਼ਰਮਾ ਜੀ ਜੁੜੇ ਹੋਏ ਨੇ। ਇਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੰਸਟਰਕਸ਼ਨ ਦੇ ਬਾਰੇ ਵਿੱਚ, ਖਾਸ ਕਰਕੇ ਕਮਰਸ਼ੀਅਲ ਪਲਾਜ਼ਾਸ ਦੀ ਅਗਰ ਆਪਾਂ ਗੱਲ ਕੀਤੀ ਜਾਵੇ ਜਾਂ ਫਿਰ ਸਟੀਲ ਵਰਕ ਨੂੰ ਲੈ ਕੇ, ਜਿਵੇਂ ਪਲਾਜ਼ਾ ਦੇ ਵਿੱਚ ਜਿਹੜਾ ਯੂਜ਼ ਕੀਤਾ ਜਾਂਦਾ, ਜਿਵੇਂ ਰੂਫ ਜੋਇਸਟ ਦੀ ਗੱਲ ਹੁੰਦੀ ਹੈ ਜਾਂ ਫਿਰ ਸਕਰੂ ਪਾਇਲਸ ਦੀ ਗੱਲ ਹੁੰਦੀ ਆ, ਉਹਦੇ ਬਾਰੇ। ਇਸ ਤੋਂ ਇਲਾਵਾ ਜੇਕਰ ਯੂਨੀਕ ਕੰਸਟਰਕਸ਼ਨ ਸੋਲੂਸ਼ਨ ਦੀ ਗੱਲ ਕੀਤੀ ਜਾਂਦੀ ਹੈ ਉਹਦੇ ਵਿੱਚ ਜ਼ਿਆਦਾਤਰ ਜਿਹੜੀ ਗੱਲ ਆਉਂਦੀ ਹੈ ਅੰਡਰਗਰਾਉਂਡ ਸਰਵਿਸਿਜ਼, ਕੰਕਰੀਟ ਵਰਕ, ਇਹਦੇ ਬਾਰੇ ਕੋਈ ਸਵਾਲ ਹੈਗਾ ਤਾਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ। ਫੋਨ ਨੰਬਰ ਹੈਗਾ ਇਹਦਾ 7808076502। ਅੱਛਾ, ਇਹਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਸਰ ਕੋਵਿਡ ਦੀ ਕਰਕੇ ਥੋੜਾ ਜਿਹਾ ਪਿੱਛੇ ਤੁਹਾਡਾ, ਜਿਵੇਂ ਤੁਸੀਂ ਕੈਲਗਰੀ ਦੀ ਗੱਲ ਕੀਤੀ ਹੈ ਵੀ ਉੱਥੇ ਉਹਦੇ ਵਿੱਚ
ਕੋਵਿਡ ਦਾ ਕੀ ਕਮਰਸ਼ੀਅਲ ਪ੍ਰਾਪਰਟੀਆਂ ਦੇ ਉੱਤੇ ਕੁਝ ਫਰਕ ਪਿਆ? ਤੁਹਾਨੂੰ ਕੀ ਲੱਗਦਾ ਕਿ ਕੁਝ ਤੁਹਾਡੇ ਕੰਮ ਦੇ ਉੱਤੇ ਜਾਂ ਫਿਰ ਤੁਹਾਡੇ ਕੰਮ ਦੇ ਰਿਸਪੌਂਸ ਦੇ ਉੱਤੇ ਕੀ ਕੁਝ ਕੋਵਿਡ ਦਾ ਫਰਕ ਪਿਆ? ਹਾਂਜੀ, ਆਪਾਂ ਜੇ ਗੱਲ ਕਰੀਏ ਕਿ ਐਜ਼ ਕੰਪੇਅਰ ਟੂ 2019 ਜੀ। 2020 ਦੇ ਵਿੱਚ ਕੀ ਹੈ ਕਿ ਜੋ ਪ੍ਰੋਜੈਕਸ਼ਨਸ ਲੱਗ ਰਹੀਆਂ ਸੀਗੀਆਂ ਪਹਿਲਾਂ, ਉਹ ਮੈਨੂੰ ਇਹ ਲੱਗਦਾ ਸੀਗਾ ਕਿ ਪਿਛਲੇ ਸਾਲ ਦੇ ਨਾਲੋਂ ਅਸੀਂ 1.5 ਗੁਣਾ ਜ਼ਿਆਦਾ ਅਸੀਂ ਕੰਮ ਕਰਾਂਗੇ। ਜਿਵੇਂ ਪਿਛਲੇ ਸਾਲ ਦੇ ਵਿੱਚ ਅਰਾਊਂਡ 350,000 ਸਕੁਅਰ ਫੀਟ ਕਮਰਸ਼ੀਅਲ ਪਲਾਜ਼ਾ ਅਸੀਂ ਆਲ ਟੂਗੇਦਰ ਮੇਰੀ ਕੰਪਨੀਜ਼ ਨੇ ਜਿਹੜੀਆਂ ਹੈਗੀਆਂ ਬਣਾਏ ਹੈਗੇ ਜੀ। ਉਹ ਜੇ ਆਪਾਂ ਇਹ ਗੱਲ ਕਰੀਏ BC ਦੀ, ਕੈਲਗਰੀ ਦੀ, ਐਡਸਨ ਦੀ, ਸਟੋਨੀ ਪਲੇਨ, ਤੇ ਉਹਦੇ ਸਾਰਿਆਂ ਦੇ ਮਿਲਾ ਕੇ ਆਪਾਂ ਨੂੰ ਇਸ ਸਾਲ ਇਹ ਲੱਗਦਾ ਸੀਗਾ ਕਿ ਇਹ ਸਾਲ ਉਸ ਤੋਂ ਵੀ ਬਿਜ਼ੀ ਹੋਊਗਾ। ਪਰ ਜਦੋਂ ਕੋਵਿਡ-19 ਦੇ ਕਰਕੇ ਕੀ ਹੈ ਕਿ ਸਾਰੀਆਂ ਜਿਹੜੇ ਕਮਰਸ਼ੀਅਲ ਰੀਟੇਲ ਪਲਾਜ਼ਾ ਸੀਗੇ ਸਾਰਿਆਂ ਨੇ ਸਰਵਿਸਾਂ ਬੰਦ ਰਹੀਆਂ, ਉਹਦੇ ਨਾਲ ਕੀ ਹੈ ਕਿ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਫੀਅਰ ਫੈਕਟਰ ਗਿਆ ਵੀ ਪਤਾ ਨਹੀਂ ਇਹ ਕਿੰਨਾ ਲੰਬਾ ਚੱਲੂਗਾ। ਤੇ ਫਿਰ ਜਿਹੜੇ ਪ੍ਰੋਜੈਕਟ ਸਟਾਰਟਿੰਗ ਜ਼ੋਨ ਦੇ ਵਿੱਚ ਸੀਗੇ 70% ਬਿਗਨਿੰਗ ਦੇ ਵਿੱਚ ਉਹਨਾਂ ਨੇ ਪ੍ਰੋਜੈਕਟ ਹੋਲਡ ਕਰ ਲਏ ਸੀਗੇ। ਪਰ ਜਿਵੇਂ ਜਿਵੇਂ ਇਹਦਾ ਕਿ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਕਿ ਲੋਕਾਂ ਨੇ ਨੂੰ ਅਵੇਅਰਨੈਸ ਮਿਲੀ ਕਿ ਉਹਨਾਂ ਨੇ ਇਹਨੂੰ ਸਮਝਣਾ ਸ਼ੁਰੂ ਕੀਤਾ ਕਿ ਇਹ ਆਪਾਂ ਸੋਸ਼ਲ ਡਿਸਟੈਂਸਿੰਗ ਨਾਲ ਜਾਂ ਹੋਰ ਚੀਜ਼ਾਂ ਦੇ ਨਾਲ ਪ੍ਰੀਕਾਸ਼ਨ ਨਾਲ ਇਹਨੂੰ ਆਪਾਂ ਰੇਟ ਘੱਟ ਕਰ ਸਕਦੇ ਹਾਂ। ਤੇ ਹੁਣ ਮੈਨੂੰ ਲੱਗਦਾ ਕਿ ਲੇਟਰ ਦਿਸ ਈਅਰ ਉਹ ਜਿਹੜੇ ਪ੍ਰੋਜੈਕਟ ਹੋਲਡ ਹੋਏ ਸੀ 70%, ਉਹਨਾਂ ਚੋਂ 30-40% ਲੋਕਾਂ ਨੇ ਪ੍ਰੋਸੀਡ ਕਰ ਦਿੱਤਾ ਹੈਗਾ। ਤੇ ਉਹ ਉਹਨਾਂ ਨੂੰ ਲੱਗਦਾ ਕਿ ਕਿਉਂਕਿ ਹੁਣ ਉਹਨਾਂ ਨੇ ਆਪਾਂ ਦੇਖਿਆ ਕਿ ਉਹਨਾਂ ਨੇ ਫੇਜ਼ਸ ਦੇ ਵਿੱਚ ਖੁੱਲ੍ਹਣਾ ਸ਼ੁਰੂ ਕਰਤਾ, ਉਹਦੇ ਨਾਲ ਕੀ ਹੈ ਕਿ ਪੋਜ਼ਿਟਿਵਿਟੀ ਆਈ ਹੈ ਇੱਕ ਮਾਰਕੀਟ ਦੇ ਵਿੱਚ। ਹਰੇਕ ਬੰਦੇ ਨੂੰ ਲੱਗਦਾ ਕਿ ਨਹੀਂ ਯਾਰ ਜੇ ਆਪਾਂ ਆਹ ਸਾਲ ਹੀ ਹੋਲਡ ਕਰ ਗਏ ਤਾਂ ਕਿਤੇ ਜ਼ਿਆਦਾ ਪਿੱਛੇ ਨਾ ਰਹਿ ਜਾਈਏ। ਤੇ ਦੇ ਆਰ ਟੇਕਿੰਗ ਇਨੀਸ਼ੀਏਟਿਵ, ਜਿਹੜਾ ਕਿ ਮੈਨੂੰ ਇਹ ਲੱਗਦਾ ਕਿ ਨਾ ਕਿ ਜਸਟ ਅ ਬਿਜ਼ਨਸ ਓਨਰ, ਜਿਵੇਂ ਅਲਬਰਟਾ ਗਵਰਨਮੈਂਟ ਨੇ ਵੀ ਅਲਬਰਟਾ ਰਿਕਵਰੀ ਪਲਾਨ ਜਿਹੜਾ ਹੈਗਾ ਉਹ ਚਲਾਇਆ ਹੈਗਾ, ਤੇ ਉਹ ਜਿਹੜੇ ਵੀ ਜਿਨ੍ਹਾਂ ਨੇ ਵੀ ਇਨੀਸ਼ੀਏਟਿਵ ਲਿਆ ਹੈਗਾ ਤੇ ਉਹ ਇੱਕ ਮੈਨੂੰ ਵੀ ਲੱਗਦਾ ਹੁੰਦਾ ਕਿ ਉਹਦਾ ਆਪਾਂ ਇੱਕ ਹਿੱਸਾ ਹੈਗੇ ਆ ਤੇ ਉਹਦੇ ਲਈ ਇੱਕ ਕੜੀ ਬਣੇ ਆ। ਤੇ ਜਿਵੇਂ ਹੁਣ ਮੇਰੇ ਨਾਲ ਹੁਣ ਦੂਜੀਆਂ ਇਲੈਕਟ੍ਰੀਕਲ, ਮਕੈਨੀਕਲ, ਰੂਫਰ, ਸਟਰਕਚਰ ਸਾਰੇ ਆਲ ਟੂਗੇਦਰ 150 ਤੋਂ 200 ਬੰਦੇ ਦੀ ਟੀਮ ਹੈਗੀ ਆ। ਤੇ ਉਹ ਆਪਾਂ ਕੀ ਬਿਜ਼ਨਸ ਤੋਂ ਉੱਪਰ ਉੱਠ ਕੇ ਮੈਨੂੰ ਇਹ ਲੱਗਦਾ ਕਿ ਆਪਾਂ ਅਲਬਰਟਾ ਰਿਕਵਰੀ ਪਲਾਨ ਦਾ ਹਿੱਸਾ ਬਣੇ ਆ, ਕਿਉਂਕਿ ਆਪਾਂ ਆਪਣੇ ਦੇ ਨਾਲ ਉਹਨਾਂ ਦੀਆਂ ਵੀ ਜੌਬਸ ਚੱਲ ਰਹੀਆਂ। ਕਿਉਂਕਿ ਜੇ ਕੋਵਿਡ-19 ਦੇ ਜਿਹੜੇ ਬਿਗਨਿੰਗ ਦੇ ਵਿੱਚ ਕੀ ਸੀਗਾ ਕਿ ਸਾਰੇ ਸਕੇਅਰਡ ਹੋ ਕੇ ਆਪਣੇ ਘਰੇ ਬੈਠ ਗਏ ਸੀ। ਹੁਣ ਉਹਨਾਂ ਨੇ ਨਿਕਲਣਾ ਸ਼ੁਰੂ ਕੀਤਾ ਹੈਗਾ। ਕੰਸਟਰਕਸ਼ਨ ਥੋੜ੍ਹੀਆਂ ਬਹੁਤ ਮੈਨੂੰ ਲੱਗਦਾ ਕਿ ਜੇ ਗੱਲ ਕਰੀਏ 50% ਅੱਗੇ ਨਾਲੋਂ ਇਨਕਰੀਜ਼ ਹੋ ਗਈਆਂ। ਜੇ ਮਾਰਚ ਅਪ੍ਰੈਲ ਦੀ ਗੱਲ ਕਰੀਏ ਸਾਰਾ ਕੁਝ ਹੀ ਹੋਲਡ ਹੋ ਗਿਆ ਸੀਗਾ, ਪਰ ਹੁਣ ਜਿਹੜਾ ਹੈਗਾ ਕਿ ਉਹ ਸ਼ੁਰੂ ਹੋ ਗਿਆ। ਤੇ ਉਹਦੇ ਵਿੱਚ ਇਹ ਮੈਨੂੰ ਲੱਗਦਾ ਕਿ ਵਾਹਿਗੁਰੂ ਨੇ ਜੇ ਆਪਣੀ ਸੇਵਾ ਲਾਈ ਆ ਤੇ ਉਹ 150 ਬੰਦਾ ਆਪਣੇ ਨਾਲ ਲੱਗ ਕੇ ਕੰਮ ਕਰ ਰਿਹਾ, ਤੇ ਉਹ ਆਪਾਂ ਇੱਕ ਅਲਬਰਟਾ ਰਿਕਵਰੀ ਪਲਾਨ ਦਾ ਹਿੱਸਾ ਬਣੇ ਆ। ਤੇ ਉਹਦੇ ਲਈ ਮੈਨੂੰ ਇਹ ਲੱਗਦਾ ਕਿ ਆਈ ਫੀਲ ਪ੍ਰਾਊਡ ਫॉर दैट ਕਿ ਆਪਾਂ ਇਸ ਬਿਮਾਰੀ ਨੂੰ, ਇਸ ਜੋ ਪੈਂਡੇਮਿਕ ਸਿਚੁਏਸ਼ਨ ਹੈਗੀ ਆ ਉਹਨੂੰ ਰਲ ਕੇ ਜਿਹੜਾ ਹੈਗਾ ਕਿ ਉਹਨੂੰ ਆਪਾਂ ਨਜਿੱਠ ਸਕਦੇ। ਬਿਲਕੁਲ ਜੀ, ਬਹੁਤ ਵਧੀਆ। ਪੋਜ਼ਿਟਿਵ ਦੇਖੋ ਹਰ ਇੱਕ ਉਹਦੇ ਲਈ ਅਸੀਂ ਪੋਜ਼ਿਟਿਵ, ਅਸੀਂ ਹੁਣ ਵੀ ਅਸੀਂ ਫਾਈਟ ਕਰ ਰਹੇ ਹਾਂ। ਹਰ ਇੱਕ ਬੰਦਾ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਉਂਕਿ ਜਿਹੜੀ ਇੱਕ ਬਿਮਾਰੀ ਆਈ ਹੈ ਉਹਦੇ ਖਿਲਾਫ ਜਿਹੜਾ ਹੈਗਾ ਕਿਤੇ ਨਾ ਕਿਤੇ ਫਾਈਟ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਸਾਰਿਆਂ ਨੂੰ ਇਹ ਕੋਈ ਵੀ ਚੀਜ਼ ਹੈ ਕਿ ਕਿਸੇ ਵੀ ਪ੍ਰੋਬਲਮ ਦਾ ਜਿਹੜਾ ਹੱਲ ਹੁੰਦਾ ਮਿਲ ਕੇ ਹੀ ਉਹਨੂੰ ਨਜਿੱਠਿਆ ਜਾ ਸਕਦਾ, ਮਿਲ ਕੇ ਹੀ ਉਹਨੂੰ ਸੋਲਵ ਕੀਤਾ ਜਾ ਸਕਦਾ। ਤੇ ਸਾਡੀ ਇਹੀ ਪਰਮਾਤਮਾ ਅੱਗੇ ਦੁਆ ਹੈਗੀ ਵੀ ਛੇਤੀ ਤੋਂ ਛੇਤੀ ਇਸ ਤੋਂ ਨਿਪਟਾਰਾ ਕੀਤਾ ਜਾਵੇ। ਬਾਕੀ ਜਿੰਨਾ ਕੁ ਵੀ ਤੁਸੀਂ ਧਿਆਨ ਰੱਖ ਸਕਦੇ ਹੋ ਤੇ ਰੱਖ ਸਕਦੇ ਹੋ, ਸਾਡੀ ਇਹੀ ਅਸੀਂ ਕੋਸ਼ਿਸ਼ ਕਰਦੇ ਹਾਂ। ਬਾਕੀ ਅਗਲੀ ਸਰ ਇੱਕ ਹੈਗਾ ਕਿ ਜਿਹੜਾ ਕਮਰਸ਼ੀਅਲ ਪਲਾਜ਼ਾਸ ਦੀ ਗੱਲ ਹੁੰਦੀ ਹੈ, ਵੀ ਜਦੋਂ ਸਾਡੇ ਕੋਲ ਇੱਕ ਦਰਸ਼ਕ ਦਾ ਸਵਾਲ ਆਇਆ ਸੀ, ਕਿਉਂਕਿ ਕੁਝ ਤਾਂ ਜਿਹੜੇ ਐਕਸਪੀਰੀਅੰਸਡ ਹੁੰਦੇ ਨੇ ਜਿਨ੍ਹਾਂ ਨੇ ਇੱਕ ਪਲਾਜ਼ਾ ਬਣਾ ਲਿਆ, 2 ਬਣਾ ਲਏ, 3 ਬਣਾ ਲਏ, ਕਈਆਂ ਦੇ 10-10, 20 ਪਲਾਜ਼ਾ ਨੇ। ਹੁਣ ਇੱਕ ਗੱਲ ਹੁੰਦੀ ਹੈ ਵੀ ਕਈ ਲੋਕੀ ਜਿਹੜੇ ਇਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਕਮਰਸ਼ੀਅਲ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਨੇ, ਕੋਈ ਪਲਾਨ ਕਰਦਾ ਹੈ ਵੀ ਅਸੀਂ ਇਨਵੈਸਟਮੈਂਟ ਕਰਕੇ ਪਲਾਜ਼ਾ ਬਣਾਉਣ ਦੀ ਗੱਲ ਕਰ ਲਈਏ, ਪ੍ਰੋਸੈਸ ਦੀ ਗੱਲ ਕਰਦੇ ਹਾਂ ਅਗਰ ਆਪਾਂ, ਇਹਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਵੀ ਇੱਕ ਪਲਾਜ਼ਾ ਜਿਵੇਂ ਕਿਸੇ ਨੇ ਪਹਿਲਾਂ ਡਿਵੈਲਪ ਕਰਨੀ ਹੈ ਜ਼ਮੀਨ, ਉਸ ਤੋਂ ਬਾਅਦ ਪਲਾਜ਼ਾ ਬਣਾਉਣਾ ਨੇ, ਉਹਨੂੰ ਸੇਲ ਕਰਨਾ ਜਾਂ ਉਹਨੂੰ ਰੈਂਟ ਤੇ ਕਰਨਾ, ਤੇ ਇਹਦਾ ਪ੍ਰੋਸੈਸ ਕੀ ਹੁੰਦਾ ਸਰ? ਉਹਦੇ ਬਾਰੇ ਵਿੱਚ ਵੀ ਕੀ ਤੁਸੀਂ ਜਾਣੂ ਕਰਾਉਂਦੇ ਹੋ? ਉਹਦੇ ਵਿੱਚ ਵੀ ਕਿਤੇ ਨਾ ਕਿਤੇ ਹੈਲਪ ਆਊਟ ਕੀਤੀ ਜਾਂਦੀ ਹੈ? ਪ੍ਰੋਸੈਸ ਦੀ ਗੱਲ ਕਰੀਏ, ਇਹਦੇ ਵਿੱਚ ਕੀ ਪ੍ਰੋਸੈਸ ਹੁੰਦਾ ਸਰ ਇਹਦਾ? ਹਾਂਜੀ, ਇਹਦੇ ਜੇ ਪ੍ਰੋਸੈਸ ਦੀ ਗੱਲ ਕਰੀਏ, 2 ਤਰ੍ਹਾਂ ਦੇ ਕਸਟਮਰ ਜਿਹੜੇ ਹੈਗੇ ਆ ਸਾਨੂੰ ਅਪਰੋਚ ਕਰਦੇ ਆ। ਇੱਕ ਤਾਂ ਹੁੰਦਾ ਕਿ ਉਹਨਾਂ ਨੇ ਹਜੇ ਜ਼ਮੀਨ ਲੈਣੀ ਹੈਗੀ ਆ ਪਰ ਉਹ ਆਲਰੇਡੀ ਜ਼ੋਨਿੰਗ ਚੇਂਜ ਆ, ਉਹ ਕਮਰਸ਼ੀਅਲ ਜ਼ੋਨਡ ਪ੍ਰਾਪਰਟੀ ਆ, ਤੇ ਅਸੀਂ ਉਹਨਾਂ ਨੂੰ ਸੁਜੈਸਟ ਕਰਦੇ ਆ ਵੀ ਇਹ ਜਿਹੜੀ ਆਪਾਂ এনवायरमेंटਲ ਲਈ ਬੈਂਕਸ ਮੰਗਦੇ ਆ ਕਿ এনवायरमेंट ਫੇਜ਼ 1 ਫੇਜ਼ 2 ਕਲੀਅਰ ਹੋਵੇ ਉਹ ਜਿਹੜੀ ਪ੍ਰਾਪਰਟੀ ਹੈਗੀ ਆ। ਦੂਜੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਜਿਹੜੀ ਕਈ ਵਾਰੀ ਆਪਾਂ ਮਿਸ ਕਰ ਸਕਦੇ ਆ, ਉਹ ਹੁੰਦਾ ਜੀਓ ਟੈਕਨੀਕਲ ਟੈਸਟ। ਹਾਂਜੀ, ਉਹਦੇ ਨਾਲ ਕੀ ਹੁੰਦਾ ਕਿ ਉਹਦੇ ਨਾਲ ਆਪਾਂ ਨੂੰ ਪਤਾ ਲੱਗਦਾ ਕਿ ਜਿਹੜੀ ਸੋਇਲ ਹੈਗੀ ਆ ਉਹ ਕਿੰਨੀ ਕਿ ਸੌਫਟ ਆ, ਕਿੰਨੀ ਹਾਰਡ ਆ। ਜੇ ਸੋਇਲ ਜ਼ਿਆਦਾ ਸੌਫਟ ਆ ਤਾਂ ਆਪਾਂ ਨੂੰ ਫਾਊਂਡੇਸ਼ਨ ਤੇ ਜਿਹੜਾ ਹੈਗਾ ਆਪਣਾ ਖਰਚਾ ਜਿਹੜਾ ਹੈਗਾ ਉਹ ਵੱਧ ਜਾਣਾ,
ਕਿਉਂਕਿ ਆਪਾਂ ਨੂੰ ਸਟਰੋਂਗ ਫਾਊਂਡੇਸ਼ਨ ਚਾਹੀਦੀ ਆ ਉਸ ਸੌਫਟ ਸੋਇਲ ਦੇ ਵਿੱਚ ਆਪਾਂ ਜੇ ਬਿਲਡਿੰਗ ਖੜੀ ਕਰਨੀ ਆ ਤੇ ਫਿਰ ਉਹ ਇੱਕ ਜਦੋਂ ਕੋਈ ਮੈਨੂੰ ਅਪਰੋਚ ਕਰਦਾ ਵੀ ਹਾਂਜੀ ਆਪਾਂ ਕਮਰਸ਼ੀਅਲ ਪਲਾਜ਼ਾ ਬਣਾਉਣਾ ਆ, ਹਜੇ ਆਪਾਂ ਡੀਲ ਕਲੋਜ਼ ਨਹੀਂ ਕਰੀ, ਮੈਂ ਉਹਨਾਂ ਨੂੰ ਸੁਜੈਸਟ ਕਰਦਾ ਕਿ ਤੁਸੀਂ ਇੱਕ ਇਹ ਜਿਹੜਾ ਜੀਓ ਟੈਕਨੀਕਲ ਟੈਸਟ ਹੈਗਾ ਉਹ ਵੀ ਤੁਸੀਂ ਇੱਕ ਕਰਵਾ ਲਓ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਸੋਇਲ ਦੀ ਕੰਡੀਸ਼ਨ ਕੀ ਹੈਗੀ ਆ। ਸੈਕੰਡ ਚੀਜ਼ ਹੈਗੀ ਕਿ ਆਲਰੇਡੀ ਉਹਨਾਂ ਨੇ ਜ਼ਮੀਨ ਬਾਏ ਕਰੀ ਹੋਈ ਆ ਤੇ ਉਹਦੇ ਵਿੱਚ ਆਪਾਂ ਕੀ ਹੈਗਾ ਕਿ ਸਾਈਟ ਸਰਵੇ ਤੋਂ ਲੈ ਕੇ ਡਿਵੈਲਪਮੈਂਟ ਪਰਮਿਟ, ਬਿਲਡਿੰਗ ਪਰਮਿਟ, ਜੋ ਉਹਦਾ ਸੋ ਐਜ਼ ਪਰ ਸਿਟੀ ਰਿਕੁਆਇਰਮੈਂਟ ਪੂਰਾ ਡਿਜ਼ਾਈਨ ਪੈਕੇਜ ਜਿਹੜਾ ਹੈਗਾ ਉਹ ਆਪਾਂ ਤਿਆਰ ਕਰਦੇ ਆ ਤੇ ਉਹ ਆਪਾਂ ਉਹ ਜਿਹੜਾ ਕੰਮ ਹੈਗਾ 2 ਤੋਂ 2.5 ਮਹੀਨੇ ਦਾ ਉਹ ਪ੍ਰੋਸੈਸ ਹੈਗਾ ਕਿਉਂਕਿ ਸਿਟੀ ਕੋਲੇ ਕਾਫੀ ਪ੍ਰੋਜੈਕਟਸ ਹੁੰਦੇ ਆ, ਲਾਈਨ ਅਪ ਹੁੰਦੇ ਆ ਤੇ ਉਹਦੇ ਤੇ ਆਪਾਂ ਨੂੰ ਟਾਈਮ ਲੱਗਦਾ, ਬਟ ਉਹ ਬਿਗਨਿੰਗ ਸਟੇਜ ਦੇ ਉੱਪਰ ਉਹਨੂੰ ਅਸੀਂ ਡਿਜ਼ਾਈਨ ਬਿਲਡ ਕਹਿੰਦੇ ਆ। ਓਕੇ, ਹਾਂਜੀ, ਉਹ ਡਿਜ਼ਾਈਨ ਬਿਲਡ ਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਕਿ ਤੁਹਾਡੇ ਕੋਲ ਲੈਂਡ ਹੈਗੀ ਆ, ਕਮਰਸ਼ੀਅਲ ਜ਼ੋਨਡ ਆ, ਤੁਸੀਂ ਪਲਾਜ਼ਾ ਬਣਾਉਣਾ ਚਾਹੁੰਦੇ, ਤੁਹਾਡੇ ਮਾਈਂਡ ਦੇ ਵਿੱਚ ਪਲਾਜ਼ਾ ਹੈਗਾ ਵੀ ਅਸੀਂ ਇੱਦਾਂ ਦਾ ਜਾਂ ਇੰਨੇ ਸਕੁਅਰ ਫੁੱਟ ਬਣਾਉਣਾ, ਉੱਥੋਂ ਆਪਾਂ ਬਿਗਨਿੰਗ ਤੋਂ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਟੂ ਦੀ ਕੰਪਲੀਟ ਫਿਨਿਸ਼। ਓਕੇ, ਇਹ ਚੀਜ਼ਾਂ ਤੁਸੀਂ ਜਿਹੜੀ ਹੈਗੀ ਹੈ ਕਿਉਂਕਿ ਕਈਆਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਵੀ ਅਸੀਂ ਜਦੋਂ ਕੰਮ ਕਰਨਾ ਹੈ ਸਾਡੀ ਕੌਣ ਹੈਲਪ ਆਊਟ ਕਰੇਗਾ, ਤੇ ਇਹ ਸਾਰੀਆਂ ਚੀਜ਼ਾਂ ਤੁਸੀਂ ਇਹਨਾਂ ਕੁਲਦੀਪ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਕੋਈ ਮਨ ਦੇ ਵਿੱਚ ਸਵਾਲ ਹੈਗਾ ਤੁਹਾਨੂੰ ਕਮਰਸ਼ੀਅਲ ਪਲਾਜ਼ਾਸ ਦੇ ਬਾਰੇ ਵਿੱਚ ਤੁਸੀਂ ਕਰਨਾ ਚਾਹੁੰਦੇ ਹੋ, ਇਹਦੇ ਵਿੱਚ ਆਪਣੀ ਇਨਵੈਸਟਮੈਂਟਸ ਨੂੰ ਲੈ ਕੇ ਜਾਂ ਕਿਤੇ ਨਾ ਕਿਤੇ ਸੋਚਦੇ ਹੋ ਵੀ ਹਾਂ ਅਸੀਂ ਕੰਸਟਰਕਟ ਕਰਨਾ, ਇਹਦਾ ਪ੍ਰੋਸੈਸ ਕੀ ਹੁੰਦਾ ਹੈ, ਕਿੱਦਾਂ ਹੈਲਪ ਆਊਟ ਕੀਤੀ ਜਾ ਸਕਦੇ, ਕਿੱਦਾਂ ਕੰਸਟਰਕਸ਼ਨ ਸਟਾਰਟ ਹੋਏਗੀ, ਕਿੰਨੀ ਦੇਰ 'ਚ ਹੋਏਗੀ, ਮਨ ਦੇ ਵਿੱਚ ਸਾਰੇ ਸਵਾਲ ਹੁੰਦੇ ਨੇ, ਤੁਸੀਂ ਇਹਨਾਂ ਤੋਂ ਖੁੱਲ੍ਹ ਕੇ ਪੁੱਛ ਸਕਦੇ ਹੋ। ਇਹਨਾਂ ਦਾ ਹੈਲਪਲਾਈਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ। ਹਰ ਹਫਤੇ ਦੇ ਇਹ ਦਿਨ ਸਾਡੇ ਇਸ ਪ੍ਰੋਗਰਾਮ ਦੇ ਰਾਹੀਂ ਆ ਕੇ ਅਲੱਗ-ਅਲੱਗ ਜਿਹੜੀ ਹੈਗੀ ਕੁਐਸਚਨਸ ਦੇ ਆਨਸਰ ਕੋਸ਼ਿਸ਼ ਕਰਦੇ ਰਵਾਂਗੇ ਕਿ ਤੁਹਾਨੂੰ ਜਿਹੜੇ ਦਿੱਤੇ ਜਾਣ। ਇਹਦੇ ਨਾਲ ਹੀ ਸਰ ਆਪਾਂ ਗੱਲ ਕਰਦੇ ਹਾਂ ਵੀ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਹੁੰਦਾ, ਹੁਣ ਆਪਾਂ ਹਰ ਇੱਕ ਬੰਦਾ ਕਿਉਂਕਿ ਬਹੁਤ ਵੱਡੀ ਇਨਵੈਸਟਮੈਂਟ ਹੁੰਦੀ ਹੈ, ਕਈ ਇਨਵੈਸਟਰ ਇਦਾਂ ਦੇ ਹੁੰਦੇ ਨੇ ਕਿ ਉਹ ਉਸ ਪਲਾਜ਼ਾ ਦੇ ਉੱਤੇ ਇਨਵੈਸਟ ਕਰਦੇ ਨੇ ਕਿ ਉਹਨੂੰ ਅਸੀਂ ਰੈਂਟਲ ਪ੍ਰਾਪਰਟੀ ਬਣਾਉਣੀ ਹੈ, ਵੀ ਉਹਦੇ ਤੇ ਪਲਾਜ਼ਾ ਵੀ ਮੈਂ ਪਲਾਜ਼ਾ ਬਣਾਇਆ ਮੇਰਾ ਹੀ ਪਲਾਜ਼ਾ ਰਹੇ, ਮੈਂ ਅੱਗੇ ਰੈਂਟ ਆਊਟ ਕਰਨਾ ਹੈ। ਕਈਆਂ ਦਾ ਇੱਕ ਪੁਆਇੰਟ ਆਫ ਵਿਊ ਹੁੰਦਾ ਵੀ ਮੈਂ ਇੱਕ ਪਲਾਜ਼ਾ ਬਣਾਇਆ, ਮੈਂ ਇਹਨੂੰ ਹੌਲੀ-ਹੌਲੀ ਕਰਕੇ ਸੇਲ ਕਰ ਦੇਣਾ। ਇਹਦੇ ਵਿੱਚ ਵੀ ਕੋਈ ਡਿਫਰੈਂਟ ਹੁੰਦਾ, ਇਹਦੇ ਵਿੱਚ ਵੀ ਕਿਉਂਕਿ ਇਹ ਸੋਚ ਵੀ ਬੰਦੇ ਨੇ ਸਟਾਰਟਿੰਗ ਦੇ ਵਿੱਚ ਰੱਖਣੀ ਜ਼ਰੂਰੀ ਹੁੰਦੀ ਹੈ ਵੀ ਕੀ ਉਹਨੇ ਪਲਾਜ਼ਾ ਸੇਲ ਕਰਨਾ ਜਾਂ ਕੀ ਉਹਨੇ ਪਲਾਜ਼ਾ ਰੈਂਟ ਆਊਟ ਕਰਨਾ, ਉਹਦੇ ਲਈ ਵੀ ਕੁਝ ਨਾ ਕੁਝ ਸਟਾਰਟਿੰਗ ਤੋਂ ਹੀ ਪਲੈਨਿੰਗਸ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਭਾਜੀ। ਹਾਂਜੀ, ਜੇ ਮੈਨੂੰ ਲੱਗਦਾ ਵੀ ਆਪਾਂ ਜੋ ਕੋਈ ਰੀਟੇਲ ਦੀ ਗੱਲ ਕਰੀਏ, ਰੀਟੇਲ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਕਮਰਸ਼ੀਅਲ ਬਿਜ਼ਨਸ ਹੀ ਆਉਣੇ ਹੁੰਦੇ ਉਹਦੇ ਵਿੱਚ, ਐਜ਼ ਟੈਨੈਂਟ ਆ ਜੋ ਜਾਂ ਉਹਨਾਂ ਨੇ ਬਾਏ ਕਰਨੀ ਹੁੰਦੀ। ਪਰ ਜੇ ਮੈਨੂੰ ਲੱਗਦਾ ਕਿ ਜੇ ਤੁਹਾਡੇ ਕੋਲੇ ਪਹਿਲਾਂ ਹੀ ਥਾਟਸ ਹੈਗੇ ਆ, ਫੋਰ ਐਗਜ਼ਾਮਪਲ ਵੀ ਹਾਂ ਆਪਣੀ ਕਿਸੇ ਨਾਲ ਪ੍ਰਾਪਰਟੀ ਹੈਗੀ ਆ, ਪਲਾਨ ਬਣਿਆ ਹੋਇਆ, ਕਿਸੇ ਫਰੈਂਚਾਈਜ਼ ਨਾਲ ਤੁਹਾਡੀ ਗੱਲ ਚੱਲ ਰਹੀ ਹੈ ਕਿ ਇੱਥੇ ਮੈਕਡੋਨਲਡ ਆ ਸਕਦਾ ਤੇ ਟਿਮ ਹਾਰਟਨ ਦਾ ਡਰਾਈਵ ਥਰੂ ਬਣ ਸਕਦਾ, ਡੇ ਕੇਅਰ ਆ ਸਕਦਾ ਤੇ ਜੇ ਲਿਕਵਰ ਸਟੋਰ ਆ ਸਕਦਾ, ਜੇ ਤੁਹਾਡੀ ਪਹਿਲਾਂ ਹੀ ਕਿਸੇ ਨਾਲ ਹੈਗੀ ਆਲਰੇਡੀ ਲਾਈਨਡ ਅਪ ਆ ਤਾਂ ਤੁਸੀਂ ਉਹ ਡਿਜ਼ਾਈਨ ਨੂੰ ਉਹਨਾਂ ਦੇ ਅਕੋਰਡਿੰਗਲੀ ਬਣਾ ਸਕਦੇ ਆ ਆਪਾਂ। ਰਾਈਟ, ਹਾਂਜੀ। ਸੈਕੰਡ ਚੀਜ਼ ਹੈਗੀ ਆ ਕਿ ਆਪਾਂ ਮਾਰਕੀਟ ਦੇ ਵਿੱਚ ਦੇਖੀਏ ਕਿ ਮਾਰਕੀਟ ਦੇ ਵਿੱਚ ਕਿਹੜੀਆਂ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਉਹ ਡਿਮਾਂਡਿੰਗ ਹੈਗੀਆਂ, ਕਿੱਦਾਂ ਦੀ ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ, ਕਿੰਨੀ ਕੁ ਪ੍ਰਾਪਰਟੀ ਜਿਹੜੀ ਹੈਗੀ ਜਾਂ ਕਮਰਸ਼ੀਅਲ ਰੀਟੇਲ ਯੂਨਿਟ ਹੈਗੇ ਆ, ਕਿਹੜੇ ਸੈਕਟਰ ਦੇ ਕਿੰਨੇ ਖਾਲੀ ਪਏ ਆ ਤੇ ਕਿੰਨਿਆਂ ਦੀ ਡਿਮਾਂਡ ਹੈਗੀ ਆ। ਫਿਰ ਉਹਦੇ ਅਕੋਰਡਿੰਗਲੀ ਵੀ ਆਪਾਂ ਬਿਲਡਿੰਗ ਨੂੰ, ਆਪਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਬਿਲਡਿੰਗ ਆਪਾਂ ਆਪਣੇ ਕੋਲ ਕਦੋਂ ਰੈਂਟ ਤੇ ਚੜੂਗੀ ਤਾਂ ਕੌਣ ਲਊਗਾ, ਜਾਂ ਉੱਥੇ ਡੇ ਕੇਅਰ ਆਊਗਾ ਜਾਂ ਉੱਥੇ ਲਿਕਰ ਸਟੋਰ ਆਊਗਾ, ਬਟ ਆਪਣੇ ਮਾਈਂਡ ਦੇ ਵਿੱਚ ਹੈਗਾ ਵੀ ਆਪਾਂ ਇਹਨਾਂ ਨੂੰ ਅਪਰੋਚ ਕਰ ਸਕਦੇ, ਉਸ ਕੈਟਾਗਰੀ ਨੂੰ ਆਪਾਂ ਅਪਰੋਚ ਕਰ ਸਕਦੇ ਹਾਂ। ਲਾਈਕ ਆਪਾਂ ਮੈਡੀਕਲ ਦੀ ਗੱਲ ਕਰੀਏ ਤਾਂ ਉੱਥੇ ਡੈਂਟਲ ਕਲੀਨਿਕ ਆ ਸਕਦਾ, ਉੱਥੇ ਫਾਰਮੇਸੀ ਆ ਸਕਦੀ ਹੈ। ਫਿਰ ਆਪਾਂ ਨੂੰ ਜਿਹੜਾ ਬਿਲਡਿੰਗ ਦਾ ਡਿਜ਼ਾਈਨ ਹੈਗਾ ਉਹ ਆਪਾਂ ਨੂੰ ਉਹ ਮਾਈਂਡ ਦੇ ਵਿੱਚ ਰੱਖ ਕੇ ਉੱਦਾਂ ਦਾ ਹੀ ਡਿਜ਼ਾਈਨ ਆਪਾਂ ਬਣਾਈਏ ਤਾਂ ਕਿ ਉਹ ਆਪਣਾ ਜਿਹੜਾ ਅਪਰੋਚ ਹੈਗੀ ਆ ਉਹ ਆਪਾਂ ਉਸ ਜ਼ੋਨ ਨੂੰ, ਉਸ ਕੈਟਾਗਰੀ ਨੂੰ ਹੀ ਅਪਰੋਚ ਕਰਨਾ ਹੈਗਾ, ਚਾਹੇ ਉਹ ਲੀਜ਼ ਕਰਨਾ ਚਾਹੇ ਉਹ ਵੇਚਣਾ। ਪਰ ਜੇ ਆਪਣੇ ਕੋਲੇ ਬਿਗਨਿੰਗ ਦੇ ਵਿੱਚ ਆਪਣੇ ਕੋਲ ਪਤਾ ਨਹੀਂ ਆਪਾਂ ਨੂੰ ਵੀ ਅਸੀਂ ਇਹ ਕਿਹਦੇ ਲਈ ਬਣਾ ਰਹੇ ਹਾਂ, ਉਹਦੇ ਲਈ ਫਿਰ ਥੋੜਾ ਜਿਹੀ ਮਾਰਕੀਟ ਸਰਚ ਅਸੀਂ ਵੀ ਥੋੜਾ ਗਾਈਡ ਕਰ ਸਕਦੇ ਹਾਂ। ਜਿਵੇਂ ਆਪਾਂ ਨੂੰ ਲੱਗਦਾ ਕਿ ਇੱਕ ਪਲਾਜ਼ੇ ਦੇ ਇੱਕ ਵੱਡਾ ਪਲਾਜ਼ਾ ਉਹਦੇ ਵਿੱਚ 4 ਬਿਲਡਿੰਗਾਂ ਇਕੱਠੀਆਂ ਆ ਰਹੀਆਂ ਤਾਂ ਆਪਾਂ ਕਹਿੰਦੇ ਹਾਂਜੀ ਇੱਕ ਗੈਸ ਸਟੇਸ਼ਨ ਬਣਾ ਲਓ ਜੀ, ਇੱਕ ਅੱਜ ਕੱਲ ਇਸ ਏਰੀਆ ਦੇ ਵਿੱਚ ਦੇਖ ਲਓ ਕਿ ਕਾਰ ਵਾਸ਼ ਹੈਗਾ ਕਿ ਨਹੀਂ ਹੈਗਾ, ਤੇ ਇੱਕ ਤੁਸੀਂ ਕਾਰ ਵਾਸ਼ ਬਣਾ ਸਕਦੇ ਹੋ। ਉੱਥੇ ਤੁਸੀਂ ਮੈਡੀਕਲ ਪਲਾਜ਼ਾ ਨਹੀਂ ਹੈਗਾ ਨੇੜੇ, ਤੁਸੀਂ ਇੱਕ ਮੈਡੀਕਲ ਲਈ ਬਿਲਡਿੰਗ, ਆਫਿਸਿਸ ਲਈ ਦੇਖ ਸਕਦੇ ਹੋ, ਨੀਚੇ ਤੁਸੀਂ ਰੀਟੇਲ ਬਣਾ ਲਿਆ, ਡਬਲ ਸਟੋਰੀ ਬਣਾ ਲਈ, ਉੱਪਰ ਜਿਹੜਾ ਹੈਗਾ ਸੈਕਸ਼ਨ ਉਹ ਤੁਸੀਂ ਆਫਿਸਿਸ ਲਈ ਰੱਖ ਸਕਦੇ ਹੋ। ਤੇ ਮੈਨੂੰ ਲੱਗਦਾ ਕਿ ਇੱਕ ਕੀ ਪੁਆਇੰਟ ਹੈਗਾ ਕਿ ਤੁਸੀਂ ਕੋਈ ਵੀ ਪਲਾਜ਼ਾ ਬਣਾਉਣ ਤੋਂ ਪਹਿਲਾਂ, ਕੋਈ ਵੀ ਬਿਲਡਿੰਗ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਮਾਰਕੀਟ ਰਿਸਰਚ ਜ਼ਰੂਰੀ ਆ ਕਿ ਆਪਾਂ ਇਹਦੇ ਲਈ ਫਿਊਚਰ ਦੇ ਵਿੱਚ
ਫਿਊਚਰਿਸਟਿਕ ਹੋਣਾ ਬਹੁਤ ਜ਼ਰੂਰੀ ਹੈ ਵੀ ਆਪਾਂ ਇੱਥੇ ਕਿਹੜੇ ਕਸਟਮਰ ਨੂੰ ਵੇਚਣਾ ਜਾਂ ਆਪਾਂ ਰੈਂਟ ਤੇ ਵੀ ਦੇਣਾ ਹੈਗਾ ਤਾਂ ਕਿਹਨੂੰ ਆਪਾਂ ਕਿਹੜੇ ਕਸਟਮਰ ਨੂੰ ਕਿਹੜੀ ਕੈਟਾਗਰੀ ਨੂੰ ਆਪਾਂ ਅਪਰੋਚ ਕਰਨਾ, ਕਿਉਂਕਿ ਰੈਨੋਵੇਸ਼ਨ ਬਾਅਦ ਦੇ ਵਿੱਚ ਕਰਾਣੀ ਬਹੁਤ ਔਖੀ ਹੋ ਜਾਂਦੀ ਆ, ਉਹ ਜ਼ਿਆਦਾ ਕਾਸਟਲੀ ਪੈਂਦੀ ਹੈ ਵੀ ਅਸੀਂ ਪਹਿਲਾਂ ਕੁਝ ਹੋਰ ਬਣਾ ਲਾ ਬਾਅਦ ਵਿੱਚ ਸੋਚਦੇ ਯਾਰ ਨਹੀਂ ਇੱਥੇ ਤਾਂ ਆਹ ਆਪਾਂ ਆ ਸਕਦਾ ਹੈ, ਫਿਰ ਉਹਨੂੰ ਰੈਨੋਵੇਟ ਕਰੀਏ ਤਾਂ ਉਹ ਫਿਰ ਜ਼ਿਆਦਾ ਕਾਸਟ ਪੈ ਜਾਂਦੀ ਆ ਉਹਨੂੰ ਲੈ ਕੇ। ਹਾਂਜੀ, ਜਿਹੜੀ ਅੰਦਰ ਆਪਾਂ ਇੰਟੀਰੀਅਰ ਦੀ ਗੱਲ ਕਰੀਏ ਤਾਂ ਇੰਟੀਰੀਅਰ ਨੂੰ ਚੇਂਜ ਕਰਨਾ ਬੜਾ ਸੌਖਾ, ਕਿਉਂਕਿ ਜਿਹੜਾ ਕਮਰਸ਼ੀਅਲ ਪਲਾਜ਼ਾ ਆਪਾਂ ਬਣਾਉਣੇ ਆ ਆਪਾਂ ਇੱਕ ਸਿਰਫ ਸ਼ੈੱਲ ਬਣਾ ਕੇ ਦਿੰਨੇ ਆ। ਸ਼ੈੱਲ ਦੇ ਵਿੱਚ ਜਿਹੜਾ ਕੀ ਅੰਦਰੋਂ ਤੁਸੀਂ ਪਾਰਟੀਸ਼ਨ ਵਾਲ ਕਿਤੇ ਵੀ ਕਰਕੇ ਤੁਸੀਂ ਜੇ ਤੁਹਾਨੂੰ ਮੰਨ ਲਓ 10,000 ਸਕੁਅਰ ਫੁੱਟ ਪਲਾਜ਼ਾ ਤੁਹਾਡੇ ਕੋਲੇ ਕੋਈ ਕਸਟਮਰ ਆਉਂਦਾ ਤੁਹਾਡੇ ਰੈਂਟ ਤੇ ਲੈਣ ਲਈ, ਉਹ ਕਹਿੰਦਾ ਮੈਨੂੰ 3,000 ਸਕੁਅਰ ਫੁੱਟ ਚਾਹੀਦਾ, ਤੁਸੀਂ 3,000 ਤੇ ਪਾਰਟੀਸ਼ਨ ਵਾਲ ਕੀਤੀ ਆ ਤੁਸੀਂ ਉਹਨੂੰ ਉਹ ਦੇ ਸਕਦੇ ਹੋ। ਪਰ ਜੇ ਗੱਲ ਕਰੀਏ ਆਪਾਂ ਕਿ ਆਊਟਲੁੱਕ ਦੀ, ਫੋਰ ਐਗਜ਼ਾਮਪਲ ਜੇ ਆਪਾਂ ਫਰੈਂਚਾਈਜ਼ ਦੀ ਗੱਲ ਕਰੀਏ ਉਹਨਾਂ ਦੀ ਇੱਕ ਸਟੈਂਡਰਡ ਬ੍ਰਾਂਡਿੰਗ ਆ, ਜੋ ਆਊਟਲੁੱਕ ਆ ਉਹਨਾਂ ਦੀ, ਜੇ ਬੈਂਕ ਦੀ ਗੱਲ ਕਰੀਏ ਡੀਡੀ ਬੈਂਕ ਦੀ ਗੱਲ ਕਰ ਲਓ, ਆਰਬੀਸੀ ਦੀ ਗੱਲ ਕਰ ਲਓ, ਉਹਨਾਂ ਦੀ ਫਿਰ ਇੱਕ ਆਪਣੀ ਜੋ ਆਊਟਲੁੱਕ ਆ ਉਹਨਾਂ ਦੀ ਆਪਣੀ ਇੱਕ ਯੂਨੀਕ ਆਊਟਲੁੱਕ ਆ, ਫਿਰ ਉਹਨੂੰ ਮੋਡੀਫਾਈ ਕਰਨਾ ਆਲਮੋਸਟ ਇੰਪੋਸੀਬਲ ਹੋ ਜਾਂਦਾ। ਤੇ ਉਹਦੇ ਲਈ ਇਹ ਹੈਗਾ ਵੀ ਜੇ ਤੁਹਾਡੇ ਮਾਈਂਡ 'ਚ ਹੈਗਾ ਕਿ ਅਸੀਂ ਇਹਨਾਂ ਨੂੰ ਅਪਰੋਚ ਕਰਨਾ ਜਾਂ ਕੋਈ ਵੀ ਕਾਮਨ ਕੈਟਾਗਰੀ ਹੈਗੀਆਂ ਤਾਂ ਉਹਨਾਂ ਦੇ ਆਪਾਂ ਟਰਾਈ ਕਰੀਏ ਕਿ ਉਹਨਾਂ ਨੂੰ ਆਊਟਲੁੱਕ ਜਿਹੜੀ ਹੈਗੀ ਆ ਉੱਦਾਂ ਹੀ ਦਿੱਤੀ ਜਾਵੇ ਤਾਂ ਕਿ ਉਹ ਆਪਾਂ ਨੂੰ ਈਜ਼ੀਲੀ ਰੈਂਟ ਆਊਟ ਕੀਤੀਆਂ ਜਾ ਸਕਣ। ਉਹ ਪਹਿਲਾਂ ਹੀ ਥੋੜਾ ਜਿਹਾ ਵੀ ਪ੍ਰਿਪੇਅਰ ਕਰ ਲਿਆ ਜਾਵੇ, ਕਿਉਂਕਿ ਇਹ ਚੀਜ਼ਾਂ ਦੋਸਤੋ ਸਾਨੂੰ ਹਰ ਇੱਕ ਕਿਉਂਕਿ ਕੋਈ ਵੀ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਅਮਾਊਂਟ, ਇਸ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਬਹੁਤ ਮੈਟਰ ਕਰਦਾ। ਇਹਦੇ ਲਈ ਤੁਹਾਨੂੰ ਇੱਕ ਜਿਹੜਾ ਕਦਮ ਹੈਗਾ, ਇੱਕ ਟੀਮ ਦੀ ਗੱਲ ਹੁੰਦੀ ਹੈ ਕਿ ਇੱਕ ਧਿਆਨ ਦੇ ਨਾਲ ਟੀਮ ਸਿਲੈਕਟ ਕਰਨੀ ਪੈਂਦੀ ਹੈ। ਟੀਮ ਕਿਸ ਢੰਗ ਦੇ ਨਾਲ ਤੁਹਾਡੀ ਹੈਲਪ ਕਰ ਸਕਦੀ ਹੈ, ਜਿਵੇਂ ਕੁਲਦੀਪ ਸ਼ਰਮਾ ਜੀ ਇਸ ਪ੍ਰੋਗਰਾਮ ਦੇ ਰਾਹੀਂ ਬੈਠੇ ਨੇ, ਤੁਹਾਨੂੰ ਇਹਨਾਂ ਨੇ ਦੱਸਿਆ ਕਿ ਇਹਨਾਂ ਦੀਆਂ 3 ਜਿਹੜੀਆਂ ਹੈਗੇ ਨੇ ਕੰਪਨੀਆਂ ਹੈਗੀਆਂ ਨੇ, ਉਹ ਸਾਰੀ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ। ਉਹ ਸਾਰੀ ਤੁਹਾਨੂੰ ਅਗਰ ਆਪਾਂ ਸਬ ਕੰਟਰੈਕਟਰਸ ਦੀ ਗੱਲ ਕੀਤੀ ਜਾਂਦੀ ਹੈ ਹਨਾ ਵੀ ਤੁਸੀਂ ਅੱਗੇ ਤਾਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਤੁਹਾਡਾ ਕਾਫੀ ਜਿਹੜਾ ਕੰਮ ਹੈਗਾ ਇੱਕੋ ਹੀ ਟੀਮ ਵੱਲੋਂ ਕੰਪਲੀਟ ਕਰ ਦਿੱਤਾ ਜਾਂਦਾ ਹੈਗਾ। ਕਿਸੇ ਵੀ ਤਰ੍ਹਾਂ ਦਾ ਕੋਈ ਮਨ ਦੇ ਵਿੱਚ ਸਵਾਲ ਉੱਠਦਾ ਤੁਹਾਨੂੰ, ਤੁਸੀਂ ਇਹਨਾਂ ਦੇ ਨਾਲ ਇੱਕ ਦਫਾ ਜ਼ਰੂਰ ਡਿਸਕਸ ਕਰ ਸਕਦੇ ਹੋ। ਸਾਡੀ ਇਹੀ ਉਮੀਦ ਹੈਗੀ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗਾ ਤਾਂ ਜ਼ਰੂਰ ਇਹਨਾਂ ਦੇ ਨਾਲ ਕਲੀਅਰ ਕੀਤਾ ਜਾਵੇ। ਅੱਛਾ ਸਰ, ਇੱਕ ਆਪਾਂ ਲਾਸਟ ਪ੍ਰੋਗਰਾਮ ਵਿੱਚ ਗੱਲ ਕੀਤੀ ਸੀ, ਤੁਹਾਡੇ ਸਿਵਲ ਵਰਕ ਦੀ ਗੱਲ ਹੋਈ ਸੀਗੀ। ਸਿਵਲ ਵਰਕ ਨੂੰ ਵੀ ਲੈ ਕੇ ਸਾਡੇ ਉਹਦੇ ਵਿੱਚ ਸਵਾਲ ਆਇਆ ਸੀ ਕਿ ਸਿਵਲ ਵਰਕ ਦੀ ਜਿਹੜੀ ਸਟਾਰਟਿੰਗ ਹੈਗੀ ਹੈ ਉਹਦੇ ਵਿੱਚ ਪਲਾਜ਼ਾ ਦੇ ਵਿੱਚ ਸਿਵਲ ਵਰਕ ਦੀ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਤੁਹਾਡੀ ਕਿੰਨੀ ਕੁ ਅਹਿਮੀਅਤ ਰੱਖਦੀ ਵੀ ਉਹਦੇ ਵਿੱਚ ਵੀ ਤੁਹਾਡੀ ਕਿਤੇ ਨਾ ਕਿਤੇ ਐਕਸਪਰਟਾਈਜ਼ ਹੁੰਦੀ ਆ, ਤੁਸੀਂ ਉਹਦੇ ਵਿੱਚ ਵੀ ਕੁਛ ਨਾ ਕੁਛ ਡਿਫਰੈਂਟ ਤੁਹਾਡਾ IQ ਹੈਗਾ। ਹਾਂਜੀ, ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਆਪਾਂ ਗੱਲ ਕਰੀਏ ਕਮਰਸ਼ੀਅਲ ਦੀ, ਈਵਨ ਮੈਨੂੰ ਇਹ ਲੱਗਦਾ ਕਿ ਅਸੀਂ ਰੈਜ਼ੀਡੈਂਸ਼ੀਅਲ ਦੇ ਵਿੱਚ ਵੀ ਹੈਲਪਫੁਲ ਹੈਗੇ ਆ। ਜਦੋਂ ਤੁਹਾਡੇ ਕੋਲੇ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਜ਼ੋਨਡ ਹੈਗੀ ਜਾਂ ਮਲਟੀ ਫੈਮਿਲੀ ਜ਼ੋਨਡ ਹੈਗੀ ਆ, ਉਹਦੇ ਦੇ ਲਈ ਕੀ ਹੈ ਕਿ ਅਸੀਂ ਐਜ਼ ਪਰ ਸਿਟੀ ਰਿਕੁਆਇਰਮੈਂਟ, ਤੁਹਾਡੇ ਕੋਲ ਬੇਅਰ ਲੈਂਡ ਪਈ ਹੈ ਤੇ ਅਸੀਂ ਸਿਟੀ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹ ਸਾਈਟ ਜਿਹੜਾ ਆਪਣਾ ਸਿਵਲ ਦਾ ਪਲਾਨ ਹੈਗਾ, ਸਾਈਟ ਪਲਾਨ ਬਣਾ ਕੇ ਤੇ ਉਹਨੂੰ ਐਜ਼ ਪਰ ਤੁਹਾਡੇ ਜਿਹੜੇ ਫਿਊਚਰ ਦੇ ਵਿੱਚ ਆਪਾਂ ਜਿੱਦਾਂ ਦੀ ਬਿਲਡਿੰਗ ਬਣਾਉਣੀ ਹੈ, ਜੇ ਆਪਾਂ ਪਲਾਜ਼ੇ ਦੀ ਗੱਲ ਕਰੀਏ, ਜੇ 5 ਬਿਲਡਿੰਗਾਂ ਆ ਰਹੀਆਂ ਤਾਂ ਉਹਨੂੰ ਆਪਾਂ 5 ਨੂੰ ਈਚ ਬਿਲਡਿੰਗ ਨੂੰ ਆਪਾਂ ਜੋ ਮੇਨ ਵਾਟਰ ਸੂਅਰ ਸਟਾਰਮ ਦੀ ਲਾਈਨ ਜਿਹੜੀ ਹੈਗੀ ਆ ਉਹ ਇੰਸਟਾਲ ਕਰਕੇ ਤੇ ਤੁਹਾਡੀ ਬਿਲਡਿੰਗ ਜਿਹੜੀ ਹੈ ਨੈਕਸਟ ਸਟੇਜ ਲਈ ਰੈਡੀ ਕਰ ਸਕਦੇ ਹਾਂ। ਪਲੱਸ ਜਿਹੜੇ ਹੈਗੇ ਆਪਾਂ ਡਿਜ਼ਾਈਨ ਦੀ ਗੱਲ ਕਰੀਏ ਤਾਂ ਅਸੀਂ ਉਹ ਡਿਜ਼ਾਈਨ ਵੀ ਜਿਹੜਾ ਹੈਗਾ ਉਹ ਇਨ ਹਾਊਸ ਕਰਦੇ ਹਾਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦੇ ਵਿੱਚ ਜਿਹੜਾ ਮੇਰਾ ਪਾਰਟਨਰ ਹੈਗਾ ਜੋ ਇਜ਼ ਅ ਪ੍ਰੋਫੈਸ਼ਨਲ ਇੰਜੀਨੀਅਰ, ਆਪਾਂ ਡਿਜ਼ਾਈਨ ਇਨ ਹਾਊਸ ਕਰਦੇ ਹਾਂ, ਸਿਟੀ ਨਾਲ ਡੀਲ ਇਨ ਹਾਊਸ ਕਰਦੇ ਹਾਂ, ਇਨਸਪੈਕਸ਼ਨਾਂ ਜਿਹੜੀਆਂ ਇਨ ਹਾਊਸ ਕਰਦੇ ਹਾਂ ਉਹਦੀਆਂ ਸਾਰੀਆਂ। ਤਾਂ ਉਹਦੇ ਵਿੱਚ ਮੈਨੂੰ ਇਹ ਲੱਗਦਾ ਕਿ ਜੇ ਆਪਣੇ ਕੋਲੇ ਪ੍ਰੋਪਰਟੀ ਹੈਗੀ ਆ ਉਹਨੂੰ ਆਪਾਂ ਫੁੱਲੀ ਸਰਵਿਸਡ ਪ੍ਰੋਪਰਟੀ ਕਹਿ ਸਕਦੇ ਹਾਂ ਜਦੋਂ ਆਪਾਂ ਉਹ ਸਰਵਿਸਾਂ ਜਿਹੜੀਆਂ ਹੈਗੀਆਂ ਡੀਪ ਸਰਵਿਸਿਜ਼ ਕਰ ਦਿੰਦੇ ਹਾਂ। ਅਦਰਵਾਈਜ਼ ਕੀ ਹੁੰਦਾ ਕਿ ਜੇ ਤੁਹਾਡੇ ਕੋਲ 4 ਏਕੜ ਦਾ 5 ਏਕੜ ਦਾ ਲੋਟ ਹੈਗਾ ਤਾਂ ਸਿਟੀ ਨੇ ਤੁਹਾਡੀ ਪ੍ਰੋਪਰਟੀ ਦੇ ਵਿੱਚ ਲਿਆ ਕੇ ਕਿਸੇ ਇੱਕ ਸਪੌਟ ਦੇ ਉੱਤੇ ਛੱਡੀਆਂ ਹੁੰਦੀਆਂ ਸਰਵਿਸਿਜ਼, ਉਹਨੂੰ ਤੁਸੀਂ ਆਪਦੇ ਫਿਊਚਰ ਪਲਾਨ ਦੇ ਹਿਸਾਬ ਦੇ ਨਾਲ ਕਨੈਕਟ ਕਰਨਾ ਹੁੰਦਾ ਆਪਣੀਆਂ ਬਿਲਡਿੰਗਸ ਨੂੰ। ਜੇ ਆਪਾਂ ਘਰਾਂ ਦੀ ਗੱਲ ਕਰੀਏ, ਜਿੱਦਾਂ ਸਿਟੀ ਵੀ ਕਰਦੀ ਹੈ ਕਿ ਜਾਂ ਡਿਵੈਲਪਰ ਕਰ ਰਹੇ ਆਲਰੇਡੀ, ਉਹ ਲੋਟ ਕੱਟਦੇ ਆ, ਉਹ ਹਰੇਕ ਘਰ ਨੂੰ ਵਾਟਰ ਲਾਈਨ, ਸਟਾਰਮ ਲਾਈਨ, ਈਵਨ ਆਪਾਂ ਗੱਲ ਕਰੀਏ ਇੰਟਰਨੈਟ ਦੀ ਤਾਂ ਟੈਲਸ ਵਾਲੀਆਂ ਜੋ ਲਾਈਨ ਹੈਗੀਆਂ ਉਹ ਵੀ ਹਰੇਕ ਘਰ ਦੇ ਬਾਹਰ ਤੱਕ ਉਹਨਾਂ ਨੇ ਛੱਡੀਆਂ ਹੋਈਆਂ ਤਾਂ ਕਿ ਉਹ ਜਿਹੜੀ ਕੰਸਟਰਕਸ਼ਨ ਹੈਗੀ ਆ, ਜਿਹੜਾ ਮੇਨ ਫੇਜ਼ ਹੈਗਾ ਉਹ ਪਹਿਲਾਂ ਹੀ ਕਵਰ ਅਪ ਹੋ ਜਾਂਦਾ। ਰਾਈਟ, ਬਿਲਕੁਲ। ਬਹੁਤ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਦੇ ਹਾਂ। ਕੁਲਦੀਪ ਜੀ ਨੇ ਆਪਣਾ ਜਿਹੜਾ ਹੈਗਾ ਇੱਕ ਮੈਸੇਜ ਜ਼ਰੂਰ ਤੁਹਾਨੂੰ ਦੇਣਗੇ ਕਿ ਤੁਸੀਂ ਇਹਨਾਂ ਤੋਂ ਕਿਸ ਢੰਗ ਦੇ ਨਾਲ ਹੋਰ ਡਿਫਰੈਂਟ ਸਰਵਿਸਿਜ਼ ਵੀ ਲੈ ਸਕਦੇ ਹੋ। ਲਾਸਟ ਦੇ ਵਿੱਚ ਇਹੀ ਪੁੱਛਣਾ ਹੁੰਦਾ, ਸਾਡਾ ਮਨ ਦੇ ਵਿੱਚ ਇਹੀ ਸਵਾਲ ਹੁੰਦੇ ਨੇ ਵੀ ਕੀ ਸਰਵਿਸਿਜ਼
ਸਰਵਿਸਿਜ਼ ਇੱਕ ਜਿਹੜਾ ਸਾਡਾ ਐਕਸਪਰਟ ਹੈਗਾ ਤੁਹਾਨੂੰ ਦੇ ਸਕਦਾ, ਉਹ ਜ਼ਰੂਰ ਪੁੱਛਾਂਗੇ। ਜਾਂਦੇ ਜਾਂਦੇ ਤੁਸੀਂ ਜਿਹੜਾ ਨੰਬਰ ਨੋਟ ਕਰ ਲਓ ਇਹਨਾਂ ਦਾ, ਫੋਨ ਨੰਬਰ 7808076502। ਕਮਰਸ਼ੀਅਲ ਪਲਾਜ਼ਾ ਬਣਾਉਣ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਸਵਾਲ ਹੈਗਾ, ਜਾਂ ਫਿਰ ਤੁਸੀਂ ਆਲਰੇਡੀ ਉਹਦੇ ਵਿੱਚ ਪੈ ਗਏ, ਜਾਂ ਫਿਰ ਤੁਸੀਂ ਇਸ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਹੋ, ਤੁਹਾਡੇ ਮਨ ਦੇ ਵਿੱਚ ਤੁਸੀਂ ਸਰਚ ਕਰ ਰਹੇ ਹੋ ਵੀ ਸਾਨੂੰ ਕਿਸ ਤਰ੍ਹਾਂ ਦੀ ਕੰਪਨੀ ਸਾਡੀ ਹੈਲਪ ਕਰ ਸਕਦੀ ਹੈ, ਕਿਹੜੀ ਕੰਪਨੀਆਂ, ਤੁਸੀਂ ਅਲੱਗ-ਅਲੱਗ ਸਬ ਕੰਟਰੈਕਟਰ ਤੋਂ ਤੁਹਾਡੇ ਮਨ ਦੇ ਵਿੱਚ ਕਿਤਨਾ ਕਿਤੇ ਹੁੰਦਾ ਵੀ ਅਸੀਂ ਇੰਨੇ ਜਾਣ ਦੇ ਬਜਾਏ ਕੋਈ ਐਦਾਂ ਦਾ ਬੰਦਾ ਸਾਨੂੰ ਮਿਲ ਜਾਏ ਜਿਨ੍ਹਾਂ ਦੇ ਅੱਗੇ ਉਹਨਾਂ ਦੀ ਆਪਦੀਆਂ ਕੰਪਨੀਆਂ ਤੁਹਾਨੂੰ ਜਿਹੜਾ ਹੈਗਾ ਇੱਕੋ ਹੀ, ਜਿਵੇਂ ਕਹਿ ਦਿੰਦੇ ਵੀ ਇੱਕੋ ਹੀ ਛੱਤ ਦੇ ਥੱਲੇ ਤੁਹਾਨੂੰ ਸਾਰੀ ਸਰਵਿਸਿਜ਼ ਮਿਲ ਸਕਣ। ਉਹਦੇ ਲਈ ਤੁਸੀਂ ਕੁਲਦੀਪ ਸ਼ਰਮਾ ਜੀ ਜਿਹੜੇ ਇਸ ਪ੍ਰੋਗਰਾਮ ਦੇ ਰਾਹੀਂ ਬੈਠੇ ਨੇ, ਇਹਨਾਂ ਦੀਆਂ ਕੰਪਨੀ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਹੈਲਪਲਾਈਨ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾਰੀ ਹੈ। ਮੈਸੇਜ ਕੋਈ ਲਾਸਟ ਦੇ ਵਿੱਚ ਇੱਕ ਦਫਾ ਫੇਰ ਸਰ ਟੋਟਲ ਤੁਹਾਡਾ ਓਵਰਆਲ ਅਗਰ ਆਪਾਂ ਗੱਲ ਕਰੀਏ, ਥੋੜਾ ਜਿਹਾ ਜਾਂਦੇ ਜਾਂਦੇ ਕੀ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਵੀ ਕਿਹੜੇ ਦਰਸ਼ਕ ਤੁਹਾਡੇ ਕੋਲੇ, ਕਿਹੜੇ ਲੋਕੀ ਤੁਹਾਡੇ ਕੋਲੇ ਹੈਲਪ ਸੇਵਾਵਾਂ ਲੈ ਸਕਦੇ ਨੇ? ਹਾਂਜੀ, ਜਿਹੜੇ ਵੀ ਕਿਸੇ ਨੇ ਆਪਣੀ ਕਮਰਸ਼ੀਅਲ ਪ੍ਰਾਪਰਟੀ ਹੈਗੀ ਆ ਜਾਂ ਰੈਜ਼ੀਡੈਂਸ਼ੀਅਲ ਵੀ ਪ੍ਰਾਪਰਟੀ ਹੈ ਜਿਨ੍ਹਾਂ ਦੇ ਵਿੱਚ ਉਹ ਉਹਨੂੰ ਡਿਵੈਲਪ ਕਰਨਾ ਚਾਹੁੰਦੇ ਆ, ਲੋਟ ਕੱਟਣਾ ਚਾਹੁੰਦੇ ਆ, ਉਹਦੇ ਵਿੱਚ ਕੀ ਹੈਗਾ ਕਿ ਜੇ ਉਹ ਬਿਗਨਿੰਗ ਦੇ ਵਿੱਚ ਹੀ ਸਾਨੂੰ ਅਪਰੋਚ ਕਰਦੇ ਆ ਤਾਂ ਅਸੀਂ ਉਹਨੂੰ ਡਿਜ਼ਾਈਨ ਬਿਲਡ ਪ੍ਰੋਜੈਕਟ ਕਹਿੰਦੇ ਆ, ਤਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਪ੍ਰੋਪਰ ਡਿਜ਼ਾਈਨ ਕਰਕੇ, ਤੇ ਅਸੀਂ ਕੰਪਲੀਟ ਫਿਨਿਸ਼ 0 to 1 ਜਿਹੜੀ ਆਪਾਂ ਗੱਲ ਕਰਦੇ ਆ ਉਹ ਅਸੀਂ ਵਿਦ ਬੈਟਰ ਟਾਈਮਲਾਈਨ ਫਿਨਿਸ਼ ਕਰਨ ਦੀ ਜਿਹੜੀ ਹੈਗੀ ਉਹ ਕੋਸ਼ਿਸ਼ ਕਰਦੇ ਹਾਂ। ਤੇ ਐਜ਼ ਆਈ ਮੈਂਸ਼ਨ ਅਰਲੀਅਰ ਕਿ ਇੰਪਰੂਵਮੈਂਟ ਇਜ਼ ਨੈਵਰ ਐਂਡਿੰਗ, ਅਸੀਂ ਹਮੇਸ਼ਾ ਟਰਾਈ ਕਰਦੇ ਹਾਂ ਕਿ ਜਿਹੜਾ ਅਸੀਂ ਨੈਕਸਟ ਪ੍ਰੋਜੈਕਟ ਹੈਗਾ ਉਹਨੂੰ ਹੋਰ ਵੀ ਜ਼ਿਆਦਾ ਬੈਟਰ, ਕੋਸਟ ਇਫੈਕਟਿਵ ਤੇ ਸ਼ਾਰਟ ਲੀਡ ਟਾਈਮ ਦੇ ਵਿੱਚ ਬਣਾਈਏ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਦਰਸ਼ਕਾਂ ਦੇ ਲਈ ਕੱਢਿਆ। ਦੋਸਤੋ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਸਾਡੇ ਹੈਲਪਲਾਈਨ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ। ਹਨੀ ਵਾਲੀਆ ਸ਼ੋਜ਼ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ, ਅਸੀਂ ਤੁਹਾਡੇ ਰੂਬਰੂ ਹੁੰਦੇ ਰਵਾਂਗੇ। ਸਾਡੇ ਇਸ ਪ੍ਰੋਗਰਾਮ ਦਾ ਬਾਰ-ਬਾਰ ਤੁਹਾਨੂੰ ਇਹੀ ਕਹਿੰਦੇ ਹਾਂ, ਕਿਸੇ ਨੂੰ ਅਸੀਂ ਗਲਤ ਜਾਂ ਕਿਸੇ ਨੂੰ ਸਹੀ ਨਹੀਂ ਠਹਿਰਾਉਂਦੇ। ਸਾਡੇ ਆਪ ਦੇ ਵਿਊਜ਼, ਸਾਡੇ ਆਪ ਦੇ ਐਕਸਪੀਰੀਅੰਸ ਦੇ ਨਾਲ ਸਾਡੇ ਐਕਸਪਰਟ ਆਉਂਦੇ ਨੇ, ਇਹਨਾਂ ਦਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਨੇ। ਸਾਡੇ ਇਹਨਾਂ ਸ਼ੋਜ਼ ਨੂੰ ਤੁਸੀਂ ਲਾਈਕ ਕਰਦੇ ਰਹੋ, ਸਬਸਕ੍ਰਾਈਬ ਕਰਦੇ ਰਹੋ, ਲੋਕਾਂ ਤੱਕ ਪਹੁੰਚਾਉਂਦੇ ਰਹੋ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ, ਸਤਿ ਸ਼੍ਰੀ ਅਕਾਲ।